ਸਾਜਨ ਰਾਖਸੀ ਦੁਸ਼ਮਨ ਕਮਨ ਵਿਚਾਰ। ਛਵੈ ਨਾ ਸਕੈ ਤੇ ਸ਼ਾਹੇ ਕੋ ਨਿਫਲ ਜਾਏ ਗਵਾਰ। ਜੇ ਸਾਧੂ ਸਰਣੀ ਪਰੇ ਤਿਨ ਕੇ ਕਮਨ ਵਿਚਾਰ। ਦੰਤ ਜੀਵ ਜਿਮ ਰਾਖ ਹੈ ਦੁਸ਼ਟ ਅਰਿਸ਼ਟ ਸੰਘਾਰ। ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਨ। ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਨ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸੇਖ ਫਰੀਦ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਜਿਤ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਏ। ਮਾਲਕ ਜੇ ਕੰਨੀ ਸੁਣੀਂਦਾ ਮੋਹ ਦੇ ਖਾਲੇ ਆਏ। ਜਿੰਦ ਨਿਮਾਣੀ ਕੱਢੀਐ ਹੱਡਾ ਕੂਕੜ ਕਾਏ। ਸਾਹੇ ਲਿਖੇ ਨ ਚੱਲਣੀ ਜਿੱਦੋਂ ਕੂ ਸਮਝਾਏ। ਜਿੱਦੋਂ ਨਹੀਂ ਜਿੰਦੂ। ਸਾਹੇ ਲਿਖੇ ਨ ਚੱਲਣੀ ਜਿੰਦੂ ਕੂ ਸਮਝਾਏ। ਜਿੰਦ ਵਹੁਟੀ ਮਰਨ ਵਾਰ ਲੈ ਜਾਸੀ ਪਰਣਾਏ। ਆਪਣ ਹੱਥੀ ਜੋਲ ਕੈ ਗਲ ਲੱਗੈ ਧਾਈ। ਵਾਲਹੁ ਨਿੱਕੀ ਪੁਰਸ ਲਾਤ ਕੰਨੀ ਨਾ ਸੁਣੀ ਆਏ। ਫਰੀਦਾ ਗਿੜੀ ਪਵੰਦਈ ਖੜਾ ਨਾ ਆਪ ਮੁਹਾਈ। ਜਿਤ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗਰੀਬ ਨਵਾਜ ਦਸਾਂ ਹੀ ਪਾਤਸ਼ਾਹਾਂ ਜੀ ਦੀ ਆਤਮਿਕ ਜੋਤ ਪਵਿੱਤਰ ਸਰੂਪ ਹਾਜ਼ਰਾ ਹਜ਼ੂਰ ਜਹਰਾ ਜਹੂਰ ਕਲ ਜੋਗੇ ਬੋਹੇ ਨਾਮ ਬਣ ਕੇ ਜਹਾਜ਼ ਤਖਤ ਚੌਰ ਛਤਰ ਕੇ ਮਾਲਕ। ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ। ਲੋਕ ਪ੍ਰਲੋਕ ਸਹਾਇਕ ਸਾਡੇ ਸਤਿਗੁਰੂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਇਹ ਦੀਨ ਦਿਆਲ ਜਿਨ੍ਹਾਂ ਦੀ ਮਹਾਨ ਕਿਰਪਾਲਤਾ ਸਦਕਾ ਆਪ ਗੁਰੂ ਪਿਆਰੇ
ਸੰਗਤ ਮਾਈ ਪਾਈ ਸੁਬਹ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਕੇ ਦਰਸ਼ਨ ਦੀਦਾਰੇ ਕਰਕੇ, ਗੁਰੂ ਕੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਗੁਰੂ ਘਰ ਦੀ ਯਾਤਰਾ ਕਰਕੇ, ਬਾਣੀ ਨਾਲ ਜੁੜ ਕੇ, ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ। ਸਤਿਗੁਰਾਂ ਦੀ ਮਹਾਨ ਹੋਰ ਸਾਡੇ 'ਤੇ ਬਖਸ਼ਿਸ਼ ਹੈ ਕਿ ਅਸੀਂ ਗੁਰੂ ਕੀ ਬਾਣੀ ਨਾਲ ਕਥਾ ਦੁਆਰਾ ਵੀ ਹਾਜ਼ਰੀਆਂ ਭਰਦੇ ਹਾਂ। ਕਈ ਦਿਨਾਂ ਤੋਂ ਸਵਈਆਂ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਸਾਂ, ਜੋ ਕਿ ਕੱਲ੍ਹ ਸੰਪੂਰਨ ਹੋਏ ਸਵਈਏ ਮਹੱਲੇ ਪਹਿਲੇ ਕੇ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਮਹਿਮਾ ਜੋ ਭੱਟਾਂ ਨੇ ਆਪਣੀ ਰਚਨਾ ਤੋਂ ਕੀਤੀ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਦਰਜ ਹੈ। ਉਹ ਵਿਚਾਰ ਕਈ ਦਿਨਾਂ ਤੋਂ ਆਪਾਂ ਸਰਵਣ ਕਰਦੇ ਆ ਰਹੇ ਸਾਂ। ਤੁਸ਼ ਬੁੱਧੀ ਅਨੁਸਾਰ ਸਾਧ ਸੰਗਤ ਜੀ ਵਿਚਾਰਾਂ ਆਪ ਨਾਲ ਸਾਂਝੀਆਂ ਕਰੀਆਂ ਤੋ ਗੁਰੂ ਪਾਤਸ਼ਾਹ ਰਹਿਮਤ ਕਰਨ। ਅੱਜ ਗੁਰਮਤਿ ਅਨੁਸਾਰ ਹੀ ਜੋ ਕਥਾ ਆਰੰਭ ਹੋਣੀ ਹੈ ਉਹ ਸ਼ੇਖ ਫਰੀਦ ਜੀ ਅਤੇ ਬਾਬਾ ਫਰੀਦ ਜੀ ਦੇ ਸਲੋਕਾਂ ਦੀ ਵਿਚਾਰ ਆਪਾਂ ਸਾਰੇ ਕਰਿਆ ਕਰਾਂਗੇ। ਸ਼ਲੋਕ ਭਗਤ ਕਬੀਰ ਜੀ ਦੇ, ਸ਼ਲੋਕ ਭਗਤ ਬਾਬਾ ਫਰੀਦ ਸਾਹਿਬ ਜੀ ਦੇ। ਸਾਧ ਸੰਗਤ ਜੀ ਆਮ ਹੀ ਸੰਗਤਾਂ ਨੂੰ ਬੜਾ ਪਿਆਰ ਨਾਲ ਸੁਣਦੀਆਂ ਨੇ। ਕਈ ਤਾਂ ਐਸੇ ਸਰੋਤੇ ਹਨ ਵੀ ਜਦੋਂ ਸ਼ਲੋਕ ਚੱਲਦੇ ਹਨ, ਸੋਹਣਾ ਸਿਆਣਾ ਪਾਠੀ ਲੱਗਾ ਹੈ, ਉਹ ਸਮਝ ਪੈਂਦੀ ਰਹਿੰਦੀ ਹੈ। ਕਿਤੇ ਐਸੇ ਵਿਚਾਰਵਾਨ ਸਰੋਤੇ ਨੇ ਨਾਲ ਪੰਗਤੀ ਪਹਿਲਾਂ ਹੀ ਬੋਲ ਜਾਂਦੇ ਨੇ, ਭਾਵ ਯਾਦ ਨੂੰ ਹੀ ਹਨ ਅਤੇ ਸਮਝ ਵੀ ਆਉਂਦੀ ਕੁਛ। ਅਤੇ ਕੁਛ ਐਸੀਆਂ ਗੂੜ ਜਿਹੜੀਆਂ ਵਿਚਾਰਾਂ ਨੇ, ਗੂੜ ਇਸ਼ਾਰੇ ਕੀਤੇ ਸਾਡੇ ਭਲੇ ਲਈ ਬਾਬਾ ਜੀਆਂ ਨੇ, ਭਗਤਾਂ ਨੇ, ਉਹ ਵੀ ਸਮਝਣੇ ਯੋਗ ਹੁੰਦੇ ਨੇ। ਅਤੇ ਜੇ ਵਿਆਖਿਆ ਕਰਕੇ ਹੋਰ ਸਮਝ ਪੈ ਜਾਵੇ, ਬਾਣੀ ਹੋਰ ਮਿੱਠੀ ਲੱਗਦੀ ਹੈ। ਅਖੰਡ ਪਾਠ ਸਾਹਿਬ ਸਮੇਂ ਸਾਹਿਬ ਜਦੋਂ ਪ੍ਰਕਾਸ਼ ਹੁੰਦੇ ਨੇ ਭੋਗ ਵਾਲੇ ਦਿਨ, ਇਹ ਸਤ ਸੰਗ ਦੀ ਬਾਣੀ ਆਉਂਦੀ ਆ ਅਤੇ ਉਦੋਂ ਤਕਰੀਬਨ ਸੰਗਤਾਂ ਦਾ ਵੀ ਧਿਆਨ ਇੱਧਰ ਹੀ ਹੁੰਦਾ ਜਾਂ ਕਰਕੇ ਫਿਰ ਇਹਦੀ ਹੋਰ ਜੇ ਵਿਚਾਰ ਸਾਨੂੰ ਅਰਥ ਬੋਧ ਦੀ ਸਮਝ ਆਵੇ, ਹੋਰ ਸਾਡਾ ਸਤ ਸੰਗ ਦੀ ਭਾਵਨਾ ਬਣਦੀ ਆ, ਭਾਵਨਾ ਬਣਦੀ ਹੋਰ ਰੱਬ ਦੇ ਨੇੜੇ ਹੋਈਦਾ, ਹੋਰ ਗੁਰੂ 'ਤੇ ਸ਼ਰਧਾ ਵੱਜਦੀ ਹੈ। ਜਿਸ ਕਰਕੇ ਸ਼ਰਧਾ ਕਰਕੇ ਸਾਡੇ ਸਾਧ ਸੰਗਤ ਜੀ ਸਾਰੇ ਜਿਹੜੇ ਨੇ ਕਾਰਜ ਸ਼ੁੱਧ ਹੋਣੇ, ਸਾਡਾ ਜੀਵਨ ਸਫਲ ਹੋਣਾ। ਸ਼ਰਧਾ ਹੀ ਵੱਜ ਜਾਵੇ ਗੁਰਾਂ 'ਤੇ, ਪਰਮੇਸ਼ਰ 'ਤੇ, ਉਹਦੇ ਕਰਕੇ ਫਿਰ ਸਾਧ ਸੰਗਤ ਜੀ ਹੋਰ ਸਿਮਰਨ ਭਗਤੀ ਵੱਲ ਜੋ ਪੁਰਾਣੇ ਜਾਣ ਲੱਗ ਸਕਦੇ ਹਨ। ਨਾਲੇ ਇਹ ਵੀ ਗੁਰੂ ਦਾ ਫਰਮਾਨ ਹੈ, ਕਥਾ ਕੀਰਤਨ ਸੁਖਦਾਈ। ਸਾਨੂੰ ਸੁੱਖ ਦੇਣ ਵਾਲੀ ਵਸਤੂ ਜੋ ਹੈ ਕਥਾ ਅਤੇ ਕੀਰਤਨ ਹੀ ਹੈ। ਸੋ ਹੁਣ ਅੱਜ ਤੋਂ ਗੁਰੂ ਰਹਿਮਤ ਕਰਨ, ਅਸੀਸਾਂ ਬਖਸ਼ਿਸ਼ ਕਰਨ, ਸਾਰੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਦੀ ਮਹਾਨ ਅੰਮ੍ਰਿਤ ਬਾਣੀ ਆਪ ਨੇ ਕਿਰਪਾਲਤਾ ਕੀਤੀ, ਰਹਿਮਤ ਕੀਤੀ, ਬਖਸ਼ਿਸ਼ ਕੀਤੀ ਸਾਰੇ ਸੰਸਾਰ 'ਤੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਐਸਾ ਜਹਾਜ਼ ਬਣਾਇਆ ਹੈ ਜਿਸ ਵਿੱਚ ਸਾਧ ਸੰਗਤ ਦੀ ਸਵਾਰ ਹੋ ਕੇ ਸਾਰੇ ਸੰਸਾਰ ਸਮੁੰਦਰ ਤੋਂ ਗੁਰਮੁਖ ਰੂਹਾਂ ਜਿਹੜੀਆਂ ਇਹਨਾਂ ਦਾ ਨਿਪਟਾਰਾ ਹੋ ਸਕਦਾ। ਐਸੇ ਗੁਰੂ ਗ੍ਰੰਥ ਸਾਹਿਬ ਜੀ ਜਹਾਜ਼ ਹਨ ਸੰਸਾਰ ਸਾਗਰ ਨੂੰ ਤਾਰਨੇ ਲਈ। ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਮਹਾਨ ਰਸਨਾ ਤੋਂ ਅਕਾਲ ਪੁਰਖ ਦੀ ਇਹ ਬਾਣੀ ਹੈ, ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਹੈ। ਉੱਥੇ ਸਾਧ ਸੰਗਤ ਜੀ ਕਿਤਨੇ ਭਗਤ ਨੇ ਜੋ ਪਰਮੇਸ਼ਰੀ ਰੂਪ ਸਨ, ਸਾਧ ਸੰਗਤ ਜੀ ਉਹਨਾਂ ਦੀ ਬਾਣੀ ਜੋ ਉਹਨਾਂ ਨੇ ਸੰਸਾਰ ਨੂੰ ਸਿੱਧੇ ਰਸਤੇ ਪਾਉਣ ਲਈ ਆਪਣੇ ਬੋਲ ਸਾਧ ਸੰਗਤ ਜੀ ਦੁਨੀਆ ਨੂੰ ਬਖਸ਼ਿਸ਼ ਕੀਤੇ ਆ ਪਰਉਪਕਾਰ ਲਈ। ਉਹ ਧੰਨ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਦਰਜ ਕੀਤੇ ਹੋਏ ਨੇ, ਉਹਨੂੰ ਕਲਮਬੰਦ ਕੀਤਾ ਹੋਇਆ ਹੈ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਵਿੱਚ ਸਾਡੇ ਵਿੱਚ ਕੋਲ ਹਾਜ਼ਰ ਨੇ। ਪਿਛਲੇ ਦਿਨਾਂ ਵਿੱਚ ਬੇਨਤੀ ਕੀਤੀ ਸੀ, ਸਾਧ ਸੰਗਤ ਜੀ ਦੱਸਿਆ ਸੀ ਇਸ਼ਾਰੇ ਮਾਤਰ
ਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰੂਪ ਜਲਦ ਬਣ ਰਹੇ ਸਨ, ਬਾਣੀ ਦੀ ਰਚਨਾ ਕਰ ਰਹੇ ਸਨ, ਸਾਧ ਸੰਗਤ ਜੀ ਰਾਮਸਰ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨਾਂ 'ਤੇ ਜਿੱਥੇ ਹੀ ਪਹਿਲੇ ਗੁਰਾਂ ਦੀ ਬਾਣੀ ਗੁਰੂ ਮਹਾਰਾਜ ਨੇ ਇਕੱਤਰਿਤ ਕੀਤੀ ਹੈ। ਜਿਸ ਪ੍ਰਕਾਰ ਬਾਬਾ ਮੋਹਨ ਜੀ ਪਾਸੋਂ ਗੋਇੰਦਵਾਲ ਸਾਹਿਬ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਪੋਥੀਆਂ ਲੈ ਕੇ ਆਏ ਸਨ, ਜਿਹਦੇ ਵਿੱਚ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਬਾਣੀ, ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੀ ਬਾਣੀ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਬਾਣੀ, ਸਾਰਾ ਖਜ਼ਾਨਾ ਬਾਬਾ ਮੋਹਨ ਸਾਹਿਬ ਜੀ ਕੋਲ ਸੀ ਗੋਇੰਦਵਾਲ ਸਾਹਿਬ। ਉਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪ ਲੈ ਕੇ ਆਏ। ਧੰਨ ਗੁਰੂ ਰਾਮਦਾਸ ਮਹਾਰਾਜ ਦੀ ਰਚਨਾ ਸਤਿਗੁਰਾਂ ਦੇ ਕੋਲੇ ਖੁਦ ਹੀ ਸੀ। तो फिर सतगुਰਾਂ ने होर परमेश्वरी बाणी साध संगत की रचना की। जो तुर्की बाणी आई और महाराज कलमबद्धी करी गए ने साध संगत जी। उन्होंने समयां दे विच जो भगत सन सचखंड में उन्होंने आवाज़ां मारियां महाराज ने। एक गुरमुख प्यारे ज्ञानी जन सुना रहे सन, सारे भगत गुरां दे कोल आए ने। इतिहास में श्री गुरु प्रताप सूरज ग्रंथ में बड़ा विस्तार सहित दसिया होया है। भाई गुरदास साहब महाराज ने बेनती की, महाराज जो आवाज़ां मैनू सुनाई दिंदियां पर दर्शन दारे नहीं हो रहे। जिहड़े भगत आप जी को बाणी लिखाउण आउंदे आ धन गुरु अर्जन देव साहब महाराज जी, उन्होंने मैनू दर्शन दारे भी करवाओ। तो गुरु पातशाह ने कहा भी कल करावांगे, सुबह आयो तुसीं जरा। तो फिर दर्शन दारे करवाए सन भगतां दे। वो सारी बाणी साजी ये बाबा फरीद जी ते भगत कबीर जी, भगत नामदेव जी, सारे भगतां ने आप आण के सचखंड चों अमृतसर साहिब की धरती ते गुरु महाराज दे हजूर सूखम रूप धार के आउंदे सन। आप बाणी लिखवाउणा कीती है साध संगत जी। तो वेखो इतिहास में जिक्र आता है, अज तक निशानियां भी पईयां ने। जिवें भगत नामदेव जी सन, धक्के मार के पंडियां ने मंदिर विचों कढ़ दिता, मंदिर विच प्रवेश ही नहीं होण दिता। जो सच्चे पातशाह महाराज हजूर आए, नामदेव जी महाराज कहंदे आओ नामदेव जी आओ, तुहाडे भी जिहड़े पावन पवित्र वचन ने वो भी शामिल करने ने आपां। फिर ये भी क्या ना महाराज कहते हे नामदेव आओ, तेनों भावें पंडिया ने धक्के मार के बाहर कढ़ता ही, आओ तेनों मैं सुंदर सोने के मंदिर में सबाएमान करना, तुहानूं बिठाउणा है। ये गुरु अर्जन देव साहब महाराज साडे ते परोपकार है। सारे भगतां नूं बुला करके उन्हां दी बाणी सुन के उन्हां तों दर्ज करवाई। फिर महाराज जी ने दर्ज की गुरु ग्रंथ साहिब विच। उन्हां विचों साध संगत जी भगत बाबा फरीद जी, शेख फरीद साहब जी, उन्होंने बाणी, उन्होंने जो रचना है वही विचार आप करने। आओ सारे एक बार हाजरियां लवाइए, धन गुरु अर्जन देव साहब महाराज जी को नमस्कार करिए। उन्होंने पावन स्वरूप को हृदय विसार करके जिन्होंने साढ़े ते परोपकार किया है साध संगत जी। धन गुरु गरीब साहब गरीब नवाज गुरु ग्रंथ साहब महाराज जी को शीश झुका के हाजरियां लवाइए। कुछ समय लिए बाणी नाल जुड़ गई। आखो सतनाम श्री वाहिगुरु साहिब जी। फिर आखो सतनाम श्री वाहिगुरु साहिब जी। जित दिहाड़ै धनवरी। नहीं उत्तों लगो ना। श्लोक शेख फरीद के। श्लोक साध संगत सालोक, जो उस परमेश्वर का लोक है वही वसाई करने वाले, उस इस बाणी के भावन रखने वालों उस लोक की प्राप्ति करने वाले साह लोक का अर्थ ही भी होंगे साह लोक। ये बाणी है उस लोक में सानू पहुँचाने वाली है। तो श्लोक तो दोहरा आदि सत्संग ये आपस में दी शमेल भी एक छंद का नाम है, सिद्धी बाणी है। दोहा या दोहरा भी कहते सन, पहला दोहे भी होंदे सन।
ਇਹ ਚਾਲ, ਦੋਹਰਾ, ਦੋਹਾ, ਸ਼ਲੋਕ, ਇਹਨੇ ਆਪਸ ਵਿੱਚ ਚਾਲ ਬਹੁਤ ਮੇਲ ਖਾਂਦੀ। ਇਸ ਚਾਲ ਦੇ ਵਿੱਚ ਸਾਡੀ ਪੰਜਾਬੀ ਦੀ ਚਾਲ ਆ, ਠੇਠ ਪੰਜਾਬੀ ਦੀ, ਕਿਉਂਕਿ ਬਾਬਾ ਫਰੀਦ ਸਾਹਿਬ ਜੀ ਸਾਡੇ ਪੰਜਾਬ 'ਚ ਹੀ ਵਿਚਰੇ ਸਨ। ਸਤ ਸੰਗਤ ਜੀ, ਉਹਨਾਂ ਦੀ ਪਾਵਨ ਪਵਿੱਤਰ ਬਾਣੀ ਹੈ, ਸਲੇ ਉਹਨਾਂ ਦੇ ਸ਼ਲੋਕ ਨੇ, ਪਵਿੱਤਰ ਬਾਣੀ ਹੈ ਜਿਹੜੀ ਸਾਧ ਸੰਗਤ ਜੀ ਸਾਨੂੰ ਉਸ ਪਰਮੇਸ਼ਰ ਦੇ ਲੋਕ ਵਿੱਚ ਪਹੁੰਚਾ ਸਕਦੀ ਸਾਰੀ ਬਾਣੀ। ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਨਾ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਾ ਸੇਵਕ ਜਨਮ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਐਸੀ ਅਭੇਦਤਾ ਸਰੂਪ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਰੇ ਸਾਧ ਸੰਗਤ ਜੀ ਵੇਖੋ। ਇਹ ਬਾਬਾ ਫਰੀਦ ਜੀ ਐ ਲਿਖਿਆ ਸ਼ੇਖ ਫਰੀਦ ਜੀ ਕੇ, ਸ਼ੇਖ ਫਰੀਦ ਕੇ ਸ਼ਲੋਕ ਹੈ। ਫਰੀਦ ਉਹਨਾਂ ਦਾ ਨਾਂ ਹੀ ਸੀ ਬਾਬਾ ਫਰੀਦ ਜੀ। ਅਤੇ ਸ਼ੇਖ ਸਾਧ ਸੰਗਤ ਜੀ ਮੁਸਲਮਾਨਾਂ ਦੀਆਂ ਇਹ 72 ਫਿਰਕੇ ਹਨ, ਜਿਨ੍ਹਾਂ ਵਿੱਚੋਂ 4 ਪ੍ਰਮੁੱਖ ਨੇ, ਸ਼ੇਖ, ਸੈਦ, ਮੁਗਲ, ਪਠਾਨ। ਇਹ 4 ਜਿਹੜੇ ਨੇ ਵੱਡੇ ਫਿਰਕੇ ਨੇ ਅਤੇ 72 ਫਿਰਕੇ ਸਾਰੇ ਨੇ। ਸ਼ੇਖਾਂ ਵਿੱਚ ਉਹ ਬਾਬਾ ਫਰੀਦ ਜੀ ਹੋਏ ਨੇ। ਅਤੇ ਪਹਿਲਾ ਜਨਮ ਸਾਧ ਸੰਗਤ ਜੀ ਇਹਨਾਂ ਦਾ, ਉਹਦੇ ਬਾਰੇ ਉਥਾਨਕਾ ਮਹਾਂਪੁਰਸ਼ ਸੰਪਰਦਾਵਾਂ ਵਾਲੇ ਮਹਾਂਪੁਰਸ਼ ਦੱਸਦੇ ਨੇ, ਜਿਹੜਾ ਫਰੀਦ ਭਗਤ ਜੀ ਦਾ ਪਹਿਲਾ ਜਨਮ ਸੀ ਨਾ, ਇੱਕ ਮੁਸਲਮਾਨਾਂ ਵਿੱਚ ਜਿਵੇਂ ਸ਼ੇਖ ਹੈ ਜਾਤੀ, ਇੱਕ ਕੁਰੇਸ਼ੀਆ ਜਾਤੀ ਵੀ, ਕੁਰੇਸ਼ੀਆ ਪਹਿਲਾ ਜਨਮ ਉਹ ਕੁਰੇਸ਼ੀਆ ਜਾਤੀ ਵਿੱਚ ਬਾਬਾ ਫਰੀਦ ਜੀ ਦਾ ਸੀ। ਅਤੇ ਉਸ ਕੁਰੇਸ਼ੀਆ ਜਾਤੀ ਵਿੱਚ ਇਬਰਾਹਿਮ ਦਾ ਵੀ ਜਨਮ ਹੋਇਆ ਅਤੇ ਮੁਹੰਮਦ ਸਾਹਿਬ ਵੀ ਉਸੇ ਜਾਤੀ ਵਿੱਚ, ਭਾਵ ਗੋਤ ਕਹਿ ਲਓ, ਉਸੇ ਗੋਤ ਵਿੱਚ ਇਹਨਾਂ ਦਾ ਜਨਮ ਹੋਇਆ ਸੀ, ਮੁਹੰਮਦ ਸਾਹਿਬ ਦਾ ਵੀ। ਅਤੇ ਬਾਬਾ ਫਰੀਦ ਸਾਹਿਬ ਜੀ ਦਾ ਜੋ ਪਿਛਲਾ ਜਨਮ ਸੀ ਨਾ, ਉਹ ਕੁਰੇਸ਼ੀਆ ਜਾਤੀ ਵਿਖੇ ਹੋਇਆ ਸੀ। ਬੜੀ ਭਾਰੀ ਉਥਾਨਕਾ ਹੈ, ਬੜਾ ਸਮਾਂ ਵੀ ਲੱਗ ਸਕਦਾ ਉਸ ਨੂੰ, ਅਤੇ ਆਪਾਂ ਸੰਕੋਚ ਮਹਾਂਜਾ ਰੱਖਣਾ ਇੱਥੇ। ਫਿਰ ਉਸ ਤੋਂ ਬਾਅਦ ਫਿਰ ਵੀ ਭਗਤੀ ਕੀਤੀ ਹੈ ਉਸ ਕੁਰੇਸ਼ੀਆ ਜਾਤੀ ਵਿੱਚ ਵੀ। ਇਹਨਾਂ ਦੇ ਜਿਹੜੇ ਮਾਤਾ ਪਿਤਾ ਪਹਿਲਾਂ ਤੋਂ ਹੀ ਧਰਮੀ ਲੋਕ ਸਨ, ਇਸਲਾਮ ਧਰਮ ਦੇ। ਅਤੇ ਇਹ ਬਾਬਾ ਫਰੀਦ ਸਾਹਿਬ ਜੀ ਵੀ ਆਪਦੇ ਮਾਤਾ ਪਿਤਾ ਦਾ ਅਸਰ ਕਬੂਲ ਕਰਦਿਆਂ ਹੀ, ਹੁਣ ਅਸਰ ਪੈਣਾ ਸੀ। ਸਾਧ ਸੰਗਤ ਜੀ ਪਿਛਲੇ ਸਮੇਂ ਤੋਂ ਹੀ, ਇਹ ਫਿਰ ਆਦਰੇ ਸਮੇਂ ਤੋਂ ਹੀ ਭਗਤੀ ਰੂਪ ਸਨ, ਜੰਗਲਾਂ ਜਾ ਕੇ ਭਗਤੀ ਕਰਦੇ ਸਨ। ਬੜੀ ਉਮਰ ਹੋ ਗਈ, ਫਿਰ ਵੀ ਜੰਗਲਾਂ 'ਚ ਭਗਤੀ ਕਰਦੇ ਰਹੇ। ਉਹਨਾਂ ਸਮਿਆਂ ਸਾਧ ਸੰਗਤ ਜੀ ਜੰਗਲਾਂ 'ਚ ਭਗਤੀ ਕਰ ਰਹੇ ਸਨ, ਸਮਾਧੀ ਸਥਿਤ ਸਨ ਰਾਤ ਦੇ ਸਮੇਂ। ਸਾਈਂ ਜੀ ਜਾਪ ਤਪ ਕਰ ਰਹੇ ਸਨ, ਸਮਾਧੀ ਲੱਗੀ ਹੋਈ ਸੀ। ਅਤੇ ਕੋਲ ਦੀ ਰਾਤ ਦੇ ਸਮੇਂ ਕੁਝ ਚੋਰ ਲੋਕ ਲੰਘੇ, ਚੋਰ। ਹਰੇਕ ਦੀ ਆਪਣੀ ਆਪਣੀ ਭਾਵਨਾ ਹੁੰਦੀ, ਭਾਵੇਂ ਚੋਰ ਹੋਵੇ, ਮਨ ਦਾ ਕਿਸੇ ਨਾ ਕਿਸੇ ਨੂੰ ਜ਼ਰੂਰ ਹੁੰਦਾ ਹੀ ਆ। ਚੋਰਾਂ ਨੂੰ ਵੀ ਕਿਤੇ ਚੰਗਾ ਲਿਖਿਆ ਹੋਇਆ ਸਾਧ ਸੰਗਤ ਜੀ। ਤੋ ਉਹ ਚੋਰਾਂ ਨੇ ਜੋ ਸਾਈਂ ਫਕੀਰ ਜੀ ਦੇ ਕੋਲ ਦੀ ਲੰਘੇ, ਪਿਛਲਾ ਜਨਮ ਆ ਫਰੀਦ ਸਾਹਿਬ ਜੀ ਦਾ। ਉਹਨਾਂ ਨੂੰ ਇਹ ਕੁਛ ਬੋਧ ਸੀ ਵੀ ਆਪਾਂ ਯਾਰ ਲੁੱਟ ਲੱਟ ਕੇ ਲੈ ਕੇ ਆਉਣੇ ਆ, ਚੋਰੀ ਕਰਕੇ, ਅਤੇ ਆਪਾਂ ਕੁਛ ਦਾਨ ਪੁੰਨ ਵੀ ਕਰ ਲਿਆ ਕਰਕੇ ਵਿੱਚੋਂ। ਸਾਈਂ ਫਕੀਰ ਜੀ ਆਪਣੀ ਸਮਾਧੀ ਵਿੱਚ ਸਥਿਤ ਸਨ, ਅਤੇ ਨਾਲ ਕਹਿੰਦਾ, ਹੈ ਸਾਈਂ ਫਕੀਰ, ਮੇਰ ਕੋ ਇਸ ਨੂੰ ਕੋਈ ਚੰਗਾ ਮਾਲ ਮੱਤਾ ਲੱਭੇ, ਫਿਰ ਤੁਹਾਨੂੰ ਦਸਵੰਧ ਦੇ ਕੇ ਜਾਈਏ ਇੱਥੇ। ਚਲੋ ਇਤਨਾ ਕੋ ਕਹਿ ਕੇ ਫਰੀਦ ਸਾਹਿਬ ਆਪਣੀ ਸਮਾਧੀ ਵਿੱਚ ਹੀ ਆ, ਉਹ ਦੂਰ ਖੜਾ ਇਹ ਸੰਕਲਪ ਕਰ ਲਿਆ ਮਨ ਵਿੱਚ ਵੀ ਸਾਨੂੰ ਕੀ, ਹੇ ਫਕੀਰ ਸਾਈਂ, ਤੇਰੀ ਸੁੱਖ ਲਈ ਅਸੀਂ ਵੀ ਸਾਡਾ ਕੋਈ ਜੇ ਮਾਲ ਸਾਨੂੰ ਚੰਗਾ ਹੱਥ ਲੱਗੇ ਅਤੇ ਫਿਰ ਮੁੜਦੇ ਨਾ, ਤੁਹਾਨੂੰ ਅਸੀਂ ਦਸਵੰਧ ਦੇ ਕੇ ਜਾਈਏ ਉਹਦੇ 'ਚ। ਸਾਧ ਸੰਗਤ ਇਤਨਾ ਕਹਿ ਕੇ ਚੋਰ ਚਲੇ ਗਏ ਨੇ।
ਸਾਈਂ ਜੀ ਆਪਣੀ ਸਮਾਧੀ ਸਥਿਤ ਹੋਏ ਨੇ। ਇਹ ਗਏ ਨੇਰੇ ਨੇਰੇ ਤੇ ਕਿਸੇ ਚੰਗੇ ਸ਼ਾਹੂਕਾਰ ਦੇ ਘਰ ਉਹਨਾਂ ਨੇ ਜਾ ਸੰਨ ਲਾਈ ਚੋਰਾਂ ਨੇ। ਉਹ ਤੋਂ ਕਾਫੀ ਇਹਨਾਂ ਨੂੰ ਫਿਰ ਧਨ ਮਾਲ ਪ੍ਰਾਪਤ ਹੋਇਆ, ਪਦਾਰਥ ਚੰਗੇ ਚੰਗੇ ਲੱਭੇ। ਨੇਰੇ ਨੇਰੇ ਹੀ ਫੇਰ ਵਾਪਸ ਮੁੜਿਆ। ਵਾਪਸ ਜਦੋਂ ਆਏ ਤੇ ਸਾਈਂ ਜੀ ਆਪਣੀ ਸਮਾਧੀ ਸਥਿਤ ਫੇਰ ਸਨ। ਆਣ ਕੇ ਫਿਰ ਮੱਥਾ ਟੇਕਿਆ ਤੇ ਕੁਛ ਨਾ ਜੋ ਉਹਦੇ 'ਚੋਂ ਮਾਲ ਸੀ ਕੱਢ ਕੇ ਸਾਰਿਆਂ ਚੋਰਾਂ ਨੇ, 5-4 ਚੋਰ ਰਲੇ ਸਨ ਵੀ ਆਪਾਂ ਮੱਥਾ ਸੁੱਖ ਕੇ ਗਏ ਸਾਈਂ ਜੀ ਦੀ, ਇਹਨੂੰ ਕੱਢ ਕੇ ਮੱਥਾ ਟੇਕ ਕੇ ਨਾ ਕੁਛ ਮਾਲ ਮੱਤਾ ਜਿਹੜਾ ਸੀ ਸਾਰਾ ਸਾਧ ਸੰਗਤ ਜੀ ਸਾਈਂ ਜੀ ਦੇ ਅੱਗੇ ਰੱਖਤਾ। ਜਦੋਂ ਪੰਡਾਂ ਸੁੱਟੀਆਂ ਇਹਨਾਂ ਨੇ ਜੋ ਲੈ ਕੇ ਆਏ ਸੀ, ਉਹ ਸਾਈਂ ਜੀ ਦੀ ਬਿਰਤੀ ਖੁੱਲ੍ਹ ਗਈ ਮਾਂ। ਤੇ ਨਾਲ ਹੀ ਬੇਨਤੀ ਕਰਤੀ, ਮਹਾਰਾਜ ਜੀ ਕੁਛ ਨਾ ਸੁੱਖ ਕੇ ਗਏ ਸਾਂ ਆਪ ਜੀ ਦੇ ਹਜ਼ੂਰ, ਪਹਿਲਾਂ ਸੰਕਲਪ ਕਰ ਗਏ ਸਾਂ ਵੀ ਸਾਨੂੰ ਕੋਈ ਮਾਲ ਮੱਤਾ ਚੰਗਾ ਲੱਭੇ ਤੁਹਾਨੂੰ ਦਸਵੰਧ ਦੇਵਾਂਗੇ, ਆਣ ਕੇ ਆਹ ਲਓ ਦਸਵੰਧ। ਇਤਨਾ ਕਹਿ ਕੇ ਜਲਦੀ ਫਿਰ ਉਹਨਾਂ ਨੇ ਕਿ ਦਿਨ ਨਾ ਚੜ੍ਹ ਜਾਵੇ, ਘਰੇ ਪਹੁੰਚਣਾ ਸੀ ਵੀ ਬਾਹਰ ਪਿੱਛੇ ਆ ਜਾਵੇ, ਪਕੜੇ ਜਾਵਾਂਗੇ। ਤੋ ਬਹੁਤਾ ਤਾਂ ਕੋਈ ਗਿਆਨ ਗੋਸ਼ਟ ਕਰ ਨਾ ਸਕੇ ਵੀ ਕੀ ਹੈ ਨਾ ਚੋਰੀ ਕੀ ਕੰਮ ਧੰਦਾ ਹੁੰਦਾ, ਇਹ ਵੀ ਨਹੀਂ ਪਤਾ ਸੀ ਫਕੀਰ ਜੀ ਸਾਈਂ ਜੀ ਨੂੰ। ਉਹਨਾਂ ਤੋਂ ਨਾ ਪੁੱਛ ਸਕੇ, ਸਮਾਂ ਇਤਨਾ ਸੀ ਉਹਨਾਂ 'ਤੇ ਕਾਹਲੀ ਸਾਨੂੰ ਰੱਖ ਕੇ ਉਹ ਦਸਵੰਧ ਜਿਹਾ ਆਪਣਾ 'ਤੇ ਦੌੜ ਗਏ। ਅਤੇ ਸਾਈਂ ਜੀ ਇਤਨੇ ਪੱਧਰੇ ਲੋਕ ਸਨ, ਮਹਾਂਪੁਰਸ਼, ਉਹਨਾਂ ਨੂੰ ਕੀ ਪਤਾ ਚੋਰੀ ਕੋਈ ਨੌਕਰੀ ਹੈ ਜਾਂ ਕੀ ਆ, ਕੁਛ ਪਤਾ ਨਹੀਂ ਸੀਗਾ। ਉਹਨੇ ਕਿਹਾ ਵੀ ਚੋਰੀ ਕੋਈ ਚੰਗਾ ਕੰਮ ਹੋਏਗਾ, ਜਲਦੀ ਇਹਨਾਂ ਨੂੰ ਇੰਨਾ ਧਨ ਮਾਲ ਪਦਾਰਥ ਹੋ ਗਿਆ ਹੈ, ਚੰਗਾ ਹੀ ਹੋ ਗਿਆ। ਚੋਰੀ ਨੂੰ ਮਤਲਬ ਪਤਾ ਤਾਂ ਹੈ ਨਹੀਂ ਸੀ ਵੀ ਚੋਰੀ ਹੈ ਕੀ ਹੈ। ਸਾਈਆਂ ਨੂੰ ਕੀ ਪਤਾ ਜੋ ਬਾਹਰ ਗਏ ਨੇ ਕਿਤੇ, ਲੋਕਾਂ ਨਾਲ ਵਿਚਰੇ ਹੀ ਨਹੀਂ। ਕਈ ਕਾਰਜਾਂ ਦਾ ਹੁਣ ਸਾਨੂੰ ਨਹੀਂ ਪਤਾ। ਮੈਂ ਕਈ ਵਾਰੀ ਬਾਹਰ ਜਾਣਾ, ਉਹ ਘਰਾਂ 'ਚ ਲੋਕਾਂ ਦੇ ਰਹੀਦਾ ਵੀ ਨਾ, ਫਿਰ ਮੈਂ ਕਹਿੰਦਾ ਵੀ ਮੈਨੂੰ ਖਿਮਾ ਦਿਓ, ਮੈਂ ਕਈ ਕਾਰਜਾਂ ਦਾ ਮੈਨੂੰ ਪਤਾ ਨਹੀਂ, ਮੈਨੂੰ ਘਰ ਵਿੱਚ ਰਹਿਣ ਦਾ ਵੀ ਨਹੀਂ ਪਤਾ। ਕਈ ਵਾਰੀ ਇਹ ਮੇਰੀ ਆਪਣੀ ਦਸ਼ਾ ਦੱਸਦਾ, ਜੋ ਆਪਾਂ ਨਹੀਂ ਵਿਚਰੇ ਉਹ ਫਿਰ ਆਉਣ ਲੱਗਾ ਕਹੀਦਾ ਵੀ ਖਿਮਾ ਦਿਓ, ਅਸੀਂ ਤਾਂ ਵਿਅੰਗਮ ਜੀਵਨ ਹੈ, ਘਰਾਂ 'ਚ ਰਹੇ ਨਹੀਂ ਕਿਤੇ, ਅਤੇ ਸਾਨੂੰ ਤੁਹਾਡੀ ਮਰਜ਼ਾਦਾ ਦਾ ਪਤਾ ਨਹੀਂ ਵੀ ਕੋਈ ਤੁਹਾਡੀ ਮਰਜ਼ਾਦਾ ਤੋਂ ਉਲਟ ਪੁਲਟ ਰਹਿ ਕੇ ਹੋਈਏ। ਅਤੇ ਉਹ ਵਿਚਾਰੇ ਉੱਥੇ ਸਗਾਂ ਮਹਿਸੂਸ ਕਰਦੇ ਨਹੀਂ ਜੀ ਤੁਸੀਂ ਕੀ, ਚਲੋ ਪਰ ਫਿਰ ਵੀ ਹੁੰਦਾ ਨਹੀਂ ਵੀ ਅੱਛਾ ਹੁੰਦਾ। ਕਈ ਕਾਰਜਾਂ ਦਾ ਪਤਾ ਨਹੀਂ ਹੁੰਦਾ ਉਹਨਾਂ ਨੂੰ। ਉਹ ਸਾਈਂ ਜੀ ਨੂੰ ਪਤਾ ਨਹੀਂ ਚੋਰੀ ਕੀ ਹੁੰਦਾ ਕੰਮ, ਵੀ ਚੰਗਾ ਹੁੰਦਾ ਵੀ ਕੀ, ਚੋਰੀ ਕਹਿੰਦੇ ਕਾਸ ਨੂੰ। ਤੋ ਇਹ ਸੋਚਦਿਆਂ ਵੀ ਚੋਰੀ ਚੰਗਾ ਕੰਮ ਹੋਏਗਾ ਜਿਹੜਾ ਛੇਤੀ ਇਹਨਾਂ ਨੂੰ ਧਨ ਮਾਲ ਮਿਲ ਗਿਆ, ਮੇਰੇ ਕੋਲੇ ਕਿਤਨਾ ਰੱਖ ਗਏ ਨੇ। ਅਤੇ ਸਾਧ ਸੰਗਤ ਜੀ ਗੱਲ ਇਹ ਹੈ ਵੀ ਜਿਤਨੇ ਪਰਮੇਸ਼ਰ ਨੇ ਸਵਾਸ ਪਾਏ ਨਾ, ਭਾਵੇਂ ਕੋਈ ਭਗਤ ਆ, ਭਾਵੇਂ ਸੰਤ ਆ, ਭਾਵੇਂ ਕੁਛ ਵੀ ਆ, ਜੇ ਸੰਤ ਕੋਈ ਚਾਹੇ ਤਾਂ ਆਪਣੀ ਉਮਰਾਂ ਵਧਾ ਵੀ ਸਕਦਾ ਹੈ, ਉਹਨਾਂ ਰੱਬ ਨਾਲ ਇਹ ਗੱਲ ਹੁੰਦੀ ਹੈ। ਅਤੇ ਜੇ ਨਹੀਂ ਉਹ ਤਿਆਰੀ ਵੀ ਹੋਵੇ ਫਿਰ ਕੋਈ ਗੱਲ ਨਹੀਂ। ਵੈਸੇ ਉਹ ਤਿਆਰੀ ਰੱਖਦੇ ਹੁੰਦੇ ਨੇ, ਦੂਜੇ ਸੇਵਕ ਭਲਾ ਅਰਦਾਸ ਕਰ ਕੇ ਵਧਾ ਦੇਣ, ਨਹੀਂ ਉਹਨਾਂ ਨੂੰ ਜਿਹੜੇ ਗੁਰੂ ਦੇ ਪਿਆਰੇ ਹੁੰਦੇ ਨਾ, ਨਹੀਂ ਉਹਨਾਂ ਕਹਿੰਦੇ ਜਿੰਨੇ ਪਾਏ ਉਤਨਾ ਹੀ। ਉਹ ਰੱਬ ਦੇ ਕੰਮ ਵਿੱਚ ਦਖਲਅੰਦਾਜ਼ੀ ਵੀ ਨਹੀਂ ਕਰਦੇ। ਕਈ ਵਾਰੀ ਐਸਾ ਸੁਣਿਆ ਕੋਈ ਸੇਵਕ ਜਿਹੜੇ ਸਨ ਨਾ, ਉਹ ਅਰਦਾਸਾਂ ਕਰਕੇ, ਜਿਵੇਂ ਮੈਂ ਸੁਣਿਆ ਆ ਮਹਾਂਪੁਰਸ਼ ਪਿੰਡਰਾਂ ਵਾਲੇ ਜਿਹੜੇ ਪਿਛਲੇ ਦਿਨੀਂ ਬਾਣਾ ਵਰਤਾ ਗਏ ਨੇ, ਕਈ ਸਿੰਘਾਂ ਨੇ ਆਪਣੀ, ਕਿਸੇ ਨੇ 2 ਸਾਲ, ਕਿਸੇ ਨੇ 4 ਸਾਲ, ਕਿਸੇ ਨੇ 5 ਸਾਲ, ਆਪਣੀ ਉਮਰਾਂ ਹੀ ਉਹਨਾਂ ਨੂੰ ਅਰਦਾਸ ਕਰਕੇ ਗੁਰਾਂ ਦੇ ਹਜ਼ੂਰ ਦੇ ਦਿੱਤੀ ਸੀ। ਅਤੇ ਗੱਲ ਪੱਕੀ ਸਾਧ ਸੰਗਤ ਜੀ, 102 ਸਾਲ ਦੇ ਚੜ੍ਹਾਈ ਖਰੇ 102 ਹੋਣ ਵਾਲੇ ਸਨ, ਕੁਝ ਮਹੀਨੇ ਅਗਲੇ 'ਚ ਮਾਰਚ ਸ਼ਾਇਦ ਹੋ ਜਾਣੇ ਸਨ। ਫਿਰ ਸੰਤਾਂ ਨੇ ਇਹ ਗੱਲ ਕਹੀ ਵੀ ਨਾ ਐਂ ਨਾ ਕਰਿਆ ਕਰੋ, ਬਸ ਹੁਣ ਫਿਰ ਮਨਾ ਕਰਦਾ ਸਿੰਘਾਂ ਨੂੰ, ਤੁਸੀਂ ਇਹ ਕਰਦੇ ਹੋ ਪਰਮੇਸ਼ਰ ਦੇ ਜਿਹੜੇ ਰਾਜ ਵਿੱਚ ਤੁਸੀਂ ਦਖਲਅੰਦਾਜ਼ੀ ਕਰਦੇ ਹੋ ਨਾ, ਐਸਾ ਨਹੀਂ ਕਰਨਾ ਕਹਿੰਦੇ। ਐਸਾ ਵੀ ਹੋ ਜਾਂਦਾ ਹੈ ਮਹਾਤਮਾ ਲੋਕ। ਅਤੇ ਨਹੀਂ ਆਮ ਜਿਹੜੇ ਲੋਕ ਨਾ, ਉਹ ਜਿਤਨੇ ਇੱਕ ਸਵਾਸ ਪਾਏ ਉਹ ਪੂਰੇ ਜਦੋਂ ਹੋ ਜਾਂਦੇ ਫਿਰ ਜਾਣਾ ਪੈਂਦਾ। ਇਹ ਧਿਆਨ ਰੱਖੋ ਕਥਾ ਵਾਰਤਾ ਸੁਣਦੇ, ਪਰਮੇਸ਼ਰ ਨੇ ਸਾਡੇ ਸਵਾਸ ਲਿਖ ਕੇ ਪਾਏ, ਅੱਗੇ ਵਿਚਾਰ ਆ ਰਹੀ ਆ। ਤੋ ਉਹ ਜਿਹੜੇ ਸਾਈਂ ਜੀ ਸਨ, ਸਾਧ ਸੰਗਤ ਜੀ, ਇਹ ਸੰਕਲਪ ਹੀ ਕਰ ਰਹੇ ਸਨ ਵੀ ਚੋਰੀ ਕੋਈ ਧੰਦਾ ਚੰਗਾ ਹੁੰਦਾ, ਜਿਹਦੇ 'ਚ ਇਹਨਾਂ ਚੋਰਾਂ ਨੂੰ ਲਾਭ ਹੋਇਆ, ਇਹਨਾਂ ਪੁਰਸ਼ਾਂ ਨੂੰ, ਭਾਈਆਂ ਨੂੰ।
ਇਹ ਸੰਕਲਪ ਹੀ ਸੀਗਾ। ਉਧਰੋਂ ਉਹ ਸਾਈਂ ਜੀ ਦੇ ਜਿਹੜੇ ਸਵਾਸ ਸੀ ਪੂਰੇ ਹੋ ਗਏ ਨੇ। ਉਮਰਾਂ ਵੀ ਕੋਈ ਬਹੁਤੀ ਨਹੀਂ ਸੀ ਉਦੋਂ ਦੀ। ਉਹਨਾਂ ਨੇ ਸਵਾਸ ਪੂਰੇ ਹੋਣ 'ਤੇ ਸਰੀਰ ਛੱਡਣਾ ਹੀ ਸੀ। ਬੈਠਿਆਂ ਬੈਠਾ ਸਰੀਰ ਛੱਡ ਕੇ, ਕੋਈ ਬਿਮਾਰ ਨਹੀਂ ਸ਼ਮਾਰ ਨਹੀਂ, ਕਿਸੇ ਦਵਾਈ ਨਹੀਂ ਬੂਟੀ ਲੈਣ ਦੀ ਲੋੜ ਹੀ ਨਹੀਂ ਪਈ। ਉਹ ਸਵਾਸ ਪੂਰੇ ਹੋ ਗਏ, ਸਰੀਰ ਛੱਡ ਕੇ, ਅਤੇ ਸੰਕਲਪ ਮਨ ਵਿੱਚ ਇਹ ਰਹਿ ਗਿਆ ਵੀ ਚੋਰੀ ਕੰਮ ਚੰਗਾ ਹੁੰਦਾ। ਧਿਆਨ ਰੱਖੋ, ਬੜੀ ਬਰੀਕ ਗੱਲ ਹੈ, ਬਾਤ ਹੈ। ਤੋ ਚਲੋ ਸਰੀਰ ਵੀ ਛੱਡ ਦਿੱਤਾ। ਫੁਰਨਾ ਮਨ ਵਿੱਚ ਇਹ ਚੱਲ ਰਿਹਾ ਸੀ ਵੀ ਚੋਰੀ ਕੋਈ ਚੰਗਾ ਕੰਮ ਹੈ। ਇਹ ਫੁਰਨਾ ਨਾਲ ਦੀ ਨਾਲ ਰਹਿੰਦਾ ਹੈ। ਅਤੇ ਗੁਰਬਾਣੀ ਦਾ ਫਰਮਾਨ ਆ, ਸ਼ਾਸਤਰ ਕਾ ਫਰਮਾਨ ਆ ਕਿ ਜੋ ਸਾਡਾ ਫੁਰਨਾ ਉਹਦੇ ਮੁਤਾਬਿਕ ਸਾਡਾ ਅਗਲਾ ਜਨਮ ਬਣ ਜਾਂਦਾ। ਅਖੀਰਲੇ ਸਮੇਂ ਦਾ ਜੋ ਸਾਡਾ ਫੁਰਨਾ ਹੋਵੇ ਨਾ, ਉਹਦੇ ਸਮੇਂ ਸਾਡਾ ਉਹਦੇ ਅਨੁਸਾਰ ਜਨਮ ਬਣਦਾ। ਉਹ ਸਾਡੇ ਅਗਲੇ ਨਾਲ ਸੰਕਲਪ ਸਾਡਾ ਅਗਲੇ ਜਨਮ ਦੇ ਵਿੱਚ ਰਹਿੰਦਾ ਹੈ। ਤੋ ਸਾਧ ਸੰਗਤ ਜੀ, ਐਸਾ ਹੋਇਆ ਦੇਵਨੇਤ ਪਰਮੇਸ਼ਰ ਦੀ ਪੁਨः ਫਿਰ ਇਹਨਾਂ ਦਾ ਹੋਰ ਜਨਮ ਹੋ ਗਿਆ। ਉਹ ਲਿਖਿਆ ਹੈ ਇਤਿਹਾਸ ਵਿੱਚ, ਥਾਨਕਾ ਵਿੱਚ ਮਹਾਂਪੁਰਸ਼ ਦੱਸਦੇ ਨੇ। ਫਿਰ ਹਰੜ ਜਾਤੀ, ਇੱਕ ਹਰੜ, ਜ਼ਿਮੀਂਦਾਰਾਂ ਵਿੱਚ ਹਰੜ, ਮੁਸਲਮਾਨਾਂ ਵਿੱਚ ਜ਼ਿਮੀਂਦਾਰ ਵੀ ਨੇ ਅਤੇ ਹਰੜ ਗੋਤ ਉਹਨਾਂ ਦਾ, ਉਹਨਾਂ ਦੇ ਵਿੱਚ ਇਹਨਾਂ ਦਾ ਫਿਰ ਜਨਮ ਹੋਇਆ ਫਰੀਦ ਜੀ ਦਾ। ਉੱਥੋਂ ਬੜੀ ਭਗਤੀ ਕੀਤੀ। ਉਹਦੀ ਥਾਨਕਾ ਵੱਖਰੀ ਹੈ। ਹਰੜ ਜਾਤੀ ਵਿੱਚ ਜਿਸ ਪ੍ਰਕਾਰ ਇਹਨਾਂ ਦਾ ਜਨਮ ਹੁੰਦਾ, ਭਗਤੀ ਕਰਦੇ ਨੇ, ਅਤੇ ਉਹ ਥਾਨਕਾ ਮੇਰਾ ਫਿਰ ਕੱਲ੍ਹ ਨੂੰ ਰੱਖਾਂਗੇ। ਹੁਣ ਆਪਾਂ ਸਲੋਕਾਂ ਦੀ ਜਿਹੜੀ ਕਥਾ ਸ਼ੁਰੂ ਕਰ ਦਈਏ, ਥਾਨਕਾ ਵਿੱਚ ਹੀ ਰਹਿ ਜਾਏਗਾ। 15 ਕੁ ਮਿੰਟ ਲਾਉਣੇ ਨੇ ਆਪਾਂ, ਜਿੰਨਾ ਕੁ ਲੱਗਾ। ਤੋ ਉਹ ਜਨਮ ਸੰਕਲਪਾਂ ਮੁਤਾਬਕ ਜਿਵੇਂ ਹੋਣਾ, ਉਹ ਵੀ ਹੋਇਆ। ਉਹ ਫਰੀਦ ਜੀ ਬਣਦੇ ਨੇ ਫਿਰ। ਅਤੇ ਇਹਨਾਂ ਨੂੰ ਚੇਟਕ ਲੱਗੀ ਮਾਤਾ ਕੋਲੋਂ ਸਾਧ ਸੰਗਤ ਜੀ, ਜਿਹੜੀ ਇੱਕ ਥਾਨਕਾ ਰਹਿੰਦੀ। ਸਵਾਈ ਕੋ ਕੱਲ੍ਹ ਨੂੰ ਕਰਾਂਗੇ। ਹੁਣ ਆਪਾਂ ਕਥਾ ਵੱਲ ਧਿਆਨ ਦੇਈਏ, ਸਲੋਕਾਂ ਵੱਲ। ਜਨਮ ਹੋਇਆ, ਅਗਲਾ ਜਨਮ ਕਿਵੇਂ ਹੋਇਆ, ਬਣਿਆ, ਸਾਰਾ ਕੁਛ ਵਿਚਾਰ ਇਹ ਕੱਲ੍ਹ ਕਰਾਂਗੇ। ਅਤੇ ਨਾਲ ਹੁਣ ਆਪਾਂ ਜਿਹੜੇ ਸਲੋਕ ਨੇ ਨਾ, ਇਹ ਵੀ 2-4 ਕਰ ਲਗੇ। ਸਮਾਂ ਫਿਰ ਹੁੰਦਾ, ਫਿਰ ਇਹ ਸਿੰਘਾਂ ਪਿਆਰਿਆਂ ਵਿਚਾਰਿਆਂ ਨੇ ਨਾਲ ਮੇਰੇ ਨਾਲ ਕਥਾ ਕਰਾਉਂਦੇ, ਅਤੇ 12 ਰਾਤ ਨੂੰ ਵਜਾਉਂਦੇ ਨੇ। ਫਿਰ ਪੜ੍ਹਾਈ ਸਾਰਾ ਕੰਮ ਕਾਰਜ। ਮੈਨੂੰ ਇਹਨਾਂ ਦਾ ਵੀ ਫਿਕਰ ਹੈ, ਇਹਨਾਂ ਦਾ ਅਰੰਭਿਆ ਹੁੰਦਾ ਕੀ ਕਰਨਾ। ਗੁਰੂ ਪਾਤਸ਼ਾਹ ਰਹਿਮਤ ਕਰਨ, ਉਹ ਗੁਰੂ ਜਾਣਦਾ, ਮੈਨੂੰ ਕੋਈ ਪਤਾ ਨਹੀਂ। ਗੁਰੂ ਜਾਣੇ, ਇਹ ਜਾਣੇ, ਇਹਨਾਂ ਦੀ ਭਾਵਨਾ ਜਾਣੇ। ਤਾਂ ਇਹਨਾਂ ਨੇ ਵਿਚਾਰਿਆਂ ਨੇ ਫਿਰ ਕੰਮ ਕਰਨਾ। ਅਤੇ ਉੱਧਰ ਮੈਨੂੰ ਹੁਕਮ ਲੱਗਾ ਵੀ ਰਾਤ ਵੀ ਹਨੇਰੇ ਮਹਾਂਪੁਰਸ਼ਾਂ ਦਾ ਸਮਾਗਮ ਕੱਲ੍ਹ ਨੂੰ, ਉੱਧਰ ਭੋਗ ਵੀ ਪੈਣੇ ਭਿੰਡਰਾਂ, ਅਤੇ ਕੱਲ੍ਹ ਇੱਥੇ ਆਰੰਭਤਾ ਵੀ ਹੋਣੀ ਹੈ ਮਹਾਂਪੁਰਸ਼ਾਂ ਦੀ ਬਰਸ਼ੀ ਦੇ ਸੰਬੰਧ ਵਿੱਚ। ਅਤੇ ਮਹਾਂਪੁਰਸ਼ਾਂ ਦਾ ਸੰਬੰਧ ਸੀ ਆਪ ਵਿੱਚ ਬਹੁਤ ਗੂੜਾ। ਸਾਧ ਸੰਗਤ ਜੀ, ਸੰਤ ਗਿਆਨੀ ਮੋਹਨ ਸਿੰਘ ਜੀ ਮਹਾਂਪੁਰਸ਼ ਭਿੰਡਰਾਂ ਵਾਲੇ, ਅਤੇ ਮਹਿਣ ਵਾਲੇ ਮਹਾਂਪੁਰਸ਼ ਬਾਬਾ ਨਿਹੰਗ ਸਿੰਘ ਸਾਹਿਬ ਜੀ, ਬਹੁਤ ਪਿਆਰ ਸੀ। ਜਦੋਂ 10 ਮਹਾਰਾਜ ਦੀ ਛਪਾਈ ਹੋਣ ਲੱਗੀ ਹੈ, ਅਤੇ ਇਹ ਉਹਦੇ ਬਚਨ ਹੋਏ ਸੀ, ਕੋਈ ਨਾ ਤੁਹਾਡੇ ਤੁਸੀਂ ਫਕਰ ਲੋਕ ਮਹਾਰਾਜ ਬਜ਼ੁਰਗੋ ਕਹਿੰਦੇ ਸੰਤਾਂ ਨੂੰ, ਕਹਿੰਦੇ ਤੁਹਾਡਾ ਕਲਗੀਧਰ ਪਾਤਸ਼ਾਹ ਮਹਾਰਾਜ ਜੀ, ਉਹਨਾਂ ਦਾ ਹੱਥ ਤੁਹਾਡੇ ਸਿਰ 'ਤੇ ਹੈ। ਮਹਾਰਾਜ ਦਾ ਨਾਂ ਲੈ ਕੇ, ਆਸਰਾ ਲੈ ਕੇ ਕਲਗੀਧਰ ਦਾ ਆਰੰਭ ਕਰ ਦਿਓ ਕੰਮ, ਮਹਾਰਾਜ ਕਿਰਪਾਲਤਾ ਕਰਨਗੇ। ਇਹ ਬਚਨ ਹੋਏ ਉਹਨੇ ਬਲੀ ਮਹਾਂਪੁਰਸ਼ਾਂ ਦੇ। ਸਾਧ ਸੰਗਤ ਜੀ, ਕਿਰਪਾਲਤਾ ਹੋ ਰਹੀ ਸਾਰੀ ਇਹ ਉਹਨਾਂ ਮਹਾਂਪੁਰਸ਼ਾਂ ਦੇ ਬਚਨ ਨੇ। ਬਹੁਤ ਪਿਆਰ ਸੀ ਸਾਧ ਸੰਗਤ, ਤਾਂ ਕਰਕੇ ਉੱਧਰ ਵੀ ਜਾਣ ਆਉਣ ਫਿਰ ਰਹਿੰਦਾ ਹੀ ਹੈ ਨਾ। ਸਾਰਾ ਪੰਥ ਇਕੱਤਰ ਹੁੰਦਾ, ਫਿਰ ਸਾਰੀਆਂ ਵਿਚਾਰਾਂ, ਅਗਲੀ ਦਸਤਾਰਬੰਦੀ ਬਾਰੇ ਕੋਈ ਵਿਚਾਰ ਕਰਨੀ, ਤਾਂ ਕਰਕੇ ਉੱਧਰ ਵੀ ਜਾਣਾ ਆਉਣਾ ਪੈਂਦਾ ਹੈ। ਅਤੇ ਇਹ ਵਿਚਾਰੇ ਸਿੰਘ ਫਿਰ ਇੱਥੇ ਵੀ ਲੱਗੇ ਪਏ ਨੇ ਸਾਰੇ। ਤਾਂ ਮੈਥੋਂ ਸਗਾ ਇੱਥੇ ਸੇਵਾ ਹੋ ਹੀ ਨਹੀਂ ਰਹੀ, ਅਤੇ ਮੇਰਾ ਤਾਂ ਭਜਨ ਅੱਠ। ਚਲੋ ਉਹ ਵੀ ਮਹਾਂਪੁਰਸ਼ਾਂ ਨਾਲ ਪਿਆਰ ਹੋਣ ਕਰਕੇ ਉੱਧਰ ਵੀ ਜ਼ਰੂਰੀ ਹੈ ਸਾਧ ਸੰਗਤ ਜੀ। ਤਾਂ ਆਪਾਂ ਕੁਛ ਥਾਨਕਾ ਕੱਲ੍ਹ ਨੂੰ। ਹੁਣ ਜਿਹੜੀ ਕਥਾ ਉਹ ਜਿਹੜੀ ਆਰੰਭ ਕਰਗੇ। ਸ਼ਲੋਕ ਸ਼ੇਖ ਫਰੀਦ ਜੀ ਕੇ, ਫਰੀਦ ਜੀ ਦੇ ਸ਼ਲੋਕ ਜਿਹੜੇ ਸਾਧ ਸੰਗਤ, ਸਾਹ ਲੋਕ ਵੈਸੇ ਪਰਮੇਸ਼ਰ ਦੇ ਲੋਕ ਵਿੱਚ ਲੈ ਕੇ ਜਾਣ ਵਾਲੀ ਬਾਣੀ ਹੈ, ਵਿਰਾਗ ਪੈਦਾ ਕਰਨ ਵਾਲੀ ਬਾਣੀ ਹੈ ਸਾਧ ਸੰਗਤ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਪਰਮੇਸ਼ਰ ਇੱਕ ਹੈ। ओंकार सत्य का प्रकाशक है, सबको चेतने सत्ता देने वाला है।
ਉਹਦੀ ਪ੍ਰਾਪਤੀ ਹੁੰਦੀ ਸਤ ਸੰਗਤ ਜੀ। ਸਤਿਗੁਰਾਂ ਦੀ ਪ੍ਰਸਾਦ ਕਿਰਪਾਲਤਾ ਸਦਕਾ, ਮਿਹਰ ਸਦਕਾ ਐਸੇ ਦੀਨ ਦਿਆਲ ਪਰਮੇਸ਼ਰ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਜਿਤ ਦਿਹਾੜੈ ਧਨ ਵਰੀ ਸਾਹੇ ਲਈ ਲਿਖਾਏ। ਜਿਸ ਦਿਨ, ਜਿਸ ਦਿਹਾੜੇ, ਦਿਹਾੜਾ ਦਿਨ ਨੂੰ ਕਹਿੰਦੇ ਨੇ, ਜਿਹੜਾ ਦਿਨ, ਤਰੀਕ, ਜਿਸ ਦਿਨ ਧਨਵਰੀ ਵਰਲਿਆ ਹੈ, ਇਹ ਦੇਹ ਦਾ ਤੇ ਸਾਧ ਸੰਗ ਜੀ ਸਾਡੇ ਸਵਾਸਾਂ ਦਾ ਸੰਬੰਧ ਹੈ। ਸਾਡਾ ਦੇਹ ਤੇ ਜਿਹੜੀ ਜੋਤ ਦੇ ਵਿੱਚ ਪੈ ਜਾਣੀ ਹੈ। ਜਿਸ ਪ੍ਰਕਾਰ ਜਦੋਂ ਸਰੀਰ ਮਾਤਾ ਦੇ ਪੇਟ ਵਿੱਚ ਸਾਡਾ ਬਣਤਰ ਹੋ ਗਈ ਉਹਦੀ ਪੂਰੀ, ਜਨਮ ਲੈਣ ਦਾ ਸਮਾਂ ਹੋਇਆ ਤੇ ਜੋਤ ਜੇ ਸਵਾਸ ਇਹਦੇ ਵਿੱਚ ਪੈ ਜਾਣੇ ਨੇ ਨਾ, ਜਦੋਂ ਉਸ ਸਮੇਂ ਦੀ ਗੱਲ ਹੈ। ਸਾਹੇ ਲਏ ਲਿਖਾਏ, ਉਦੋਂ ਹੀ ਸਵਾਸ ਲਿਖ ਕੇ ਇਹਦੇ ਵਿੱਚ ਪ੍ਰਵੇਸ਼ ਕੀਤੇ ਜਾਂਦੇ ਨੇ ਪਰਮੇਸ਼ਰ ਵੱਲੋਂ, ਵੀ ਚੱਲ ਆ ਤੇਰੇ 'ਚ ਇਤਨੇ ਸਵਾਸ ਭਰਤੇ ਨੇ। ਇਹ ਸਵਾਸਾਂ ਦੀ ਗਿਣਤੀ ਮਿਣਤੀ ਆ। ਸਾਹੇ ਲਏ ਲਿਖਾਏ, ਸਾਹ ਲਿਖ ਕੇ ਪਾਏ ਜਾਂਦੇ ਨੇ ਉਦੋਂ ਤੋਂ। ਇਸ ਤੋਂ ਬਾਅਦ ਇੱਕ ਸਵਾਸ ਨਹੀਂ ਤੂੰ ਲੈ ਸਕਦਾ। ਜਿਸ ਦਿਹਾੜੇ ਧਨਵਰੀ, ਜਿਸ ਦਿਨ ਧਨਵਰੀ, ਇਹ ਸਾਡੇ ਇਸਤਰੀ ਰੂਪ ਜੋ ਜੀਵ ਹੈ, ਸਾਡੀ ਦੇਹ ਹੈ, ਇਹ ਸੰਬੰਧ ਹੋਣਾ ਨਾ, ਉਸ ਦਿਨ ਤੋਂ ਹੀ ਇਹ ਸਵਾਸ ਜਿਹੜੇ ਲਿਖ ਕੇ ਇਸ ਵਿੱਚ ਸਰੀਰ ਵਿੱਚ ਪਾਏ ਜਾਂਦੇ ਹਨ। ਲਏ ਲਿਖਾਏ, ਲਿਖ ਕੇ ਸਵਾਸ ਪਾਏ ਜਾਂਦੇ ਹਨ ਜੀ। ਮਾਲਕ ਜੇ ਕੰਨੀ ਸੁਣੀਦਾ। ਬਾਬਾ ਫਰੀਦ ਜੀ ਕਹਿ ਰਹੇ ਨੇ, ਸਵਾਸ ਤਾਂ ਇਹਦੇ 'ਚ ਗਿਣ ਕੇ ਪਾਤੇ, ਜਨਮ ਹੀ ਲੈ ਗਿਆ ਤੇ ਜਨਮ ਲੈ ਲਿਆ। ਫਿਰ ਇਹਨੂੰ ਪਤਾ ਹੈ ਵੀ ਮਾਲਕ ਨਾਂ ਹੈ ਜਮ ਦਾ, ਜਿਹਨਾਂ ਨੂੰ ਲੈਣ ਆਉਣਾ ਹੈ। ਪਤਾ ਵੀ ਜਮ ਲੈਣ ਆਉਂਦੇ ਨੇ ਵੀ ਸਭ ਨੂੰ ਉਹਨੇ ਲੈ ਕੇ ਜਾਣਾ ਫਰਿਸ਼ਤੇ ਨੇ, ਮੌਤ ਦਾ ਫਰਿਸ਼ਤਾ ਕਹਿ ਲਓ। ਸੁਣਿਆ ਸੀ ਕਹਿੰਦੇ, ਪਰ ਜਦੋਂ ਸਵਾਸ ਮੁੱਕੇ ਨਾ, ਮਲਕ ਜੇ ਕੰਨੀ ਸੁਣੀਦਾ, ਜਦੋਂ ਸੁਣਿਆ ਸੀ ਨਾ ਵੀ ਮੌਤ ਦਾ ਫਰਿਸ਼ਤਾ ਹੁੰਦਾ, ਕੋਈ ਜਮ ਹੁੰਦਾ ਭਾਈ। ਮਲਕ ਜੇ ਕੰਨੀ ਸੁਣੀਦਾ, ਕਦੇ ਸੁਣਿਆ ਸੀ। ਮੂੰਹ ਦਿਖਾਲੇ ਆਏ, ਫਿਰ ਆਣ ਕੇ ਉਸ ਦਿਨ ਮੂੰਹ ਦਿਖਾ ਦਿੰਦੇ ਸਵਾਸ ਜਦੋਂ ਪੂਰੇ ਹੋ ਗਏ, ਵੀ ਚੱਲ ਮਿੱਤਰਾ ਹੁਣ ਚੱਲ, ਹੁਣ ਨਹੀਂ ਕੋਈ ਭਲਾ ਵਾਜਾ ਮਾਰੀ ਜਾਣ ਤੈਨੂੰ, ਭਾਵੇਂ ਹਾੜੇ ਕੱਢੀ ਜਾਣ, ਭਾਵੇਂ ਤੇਰੇ ਪਿਛਲੇ ਰੋਈ ਪਿੱਟੀ ਜਾਣ, ਚਾਲ ਹੁਣ ਚੱਲ ਗਏ ਬਈ। ਇਹ ਝੂਠਾ ਸੰਸਾਰ ਹੈ। ਉਹ ਜੇ ਕਦੇ ਸੁਣਿਆ ਸੀ ਨਾ ਵੀ ਮੌਤ ਦਾ ਫਰਿਸ਼ਤਾ ਆਉਂਦਾ, ਲੈ ਕੇ ਚਲਿਆ ਜਾਂਦਾ ਹੈ। ਫਰੀਦ ਸਾਹਿਬ ਕਹਿੰਦੇ, ਮਲਕ ਜੇ ਕੰਨੀ ਸੁਣੀਂਦਾ, ਜੇ ਕਦੇ ਸੁਣਦੇ ਸਾਂ ਨਾ ਕੰਨਾਂ ਨਾਲ, ਅੱਜ ਉਸਨੇ ਮੂੰਹ ਦਿਖਾ ਦਿੱਤਾ ਹੈ। ਮੂੰਹ ਦਿਖਾਲੇ ਆਏ, ਜਦੋਂ ਸਵਾਸ ਪੂਰੇ ਹੋ ਗਏ, ਫਿਰ ਉਹਨੇ ਮੂੰਹ ਤੈਨੂੰ ਦਿਖਾ ਹੀ ਦੇਣਾ ਹੈ। ਧੰਨ ਬਾਬਾ ਫਰੀਦ ਸਾਹਿਬ ਜੀ ਕਹਿ ਰਹੇ ਹਨ ਜੀ। ਜਿੰਦ ਨਿਮਾਣੀ ਕੱਢੀ ਐ। ਫਿਰ ਜਿੰਦ ਨਾ ਜਿਹੜੀ, ਤੇ ਜਿੰਦ, ਜਿੰਦ ਬੋਲਦਾ ਜਿਹੜਾ, ਜਾਨ ਕਹਿ ਦਿੰਦੇ ਆਪਾਂ, ਜਿੰਦ ਕਹਿ ਦਿਓ, ਜਾਨ ਕਹਿ ਲਓ। ਅਤੇ ਮਹਾਰਾਜ ਨੇ ਕਿਹਾ ਬੋਲਣਹਾਰ ਪਰਮ ਗੁਰ, ਇਹੀ ਜਿਹੜਾ ਬੋਲਦਾ ਹੈ ਜੀਵ ਆ, ਉਹਨੂੰ ਫਿਰ ਕੱਢ ਲਿਆ ਜਾਂਦਾ, ਆਣ ਕੇ ਕੱਢ ਕੇ ਲੈ ਜਾਂਦੇ ਨੇ। ਮੌਤ ਦਾ ਫਰਿਸ਼ਤਾ ਜੋ ਹੈ ਕੱਢ ਕੇ ਲੈ ਜਾਂਦੇ। ਜਿੰਦ ਮਾਣ ਨਿਮਾਣੀ ਕੱਢੀਏ, ਨਿਮਾਣੀ ਹੈ, ਉਹਦਾ ਮਾਣ ਕੋਈ ਨਹੀਂ ਚੱਲਦਾ। ਜਿਹਦਾ ਮਾਣ ਕੋਈ ਨਾ ਚੱਲੇ, ਜ਼ੋਰ ਕੋਈ ਨਾ ਚੱਲੇ, ਤਾਣ ਕੋਈ ਨਾ ਚੱਲੇ, ਉਹਨੂੰ ਕਹਿੰਦੇ ਨਿਮਾਣੀ। ਉਸ ਨਿਮਾਣੀ ਜਿੰਦ ਨੂੰ ਕੱਢ ਕੇ ਲੈ ਜਾਂਦਾ ਮੌਤ ਦਾ ਫਰਿਸ਼ਤਾ। ਅਤੇ ਕੱਢਦਾ ਕਿਵੇਂ? ਹੱਡਾਂ ਕੂ ਕੜਕਾਏ, ਹੱਡਾਂ ਨੂੰ ਐਨ ਚੂਰ ਚੂਰ ਕਰ ਦਿੰਦਾ। ਕਹਿੰਦੇ ਨਾ ਵੀ ਆਹ ਪੀਲਾ ਹੀ ਹੋ ਗਿਆ, ਅਤੇ ਪੀਲਾ ਤਾਂ ਹੋਣਾ ਆਪਾਂ ਨੂੰ ਤਾਂ ਪਤਾ ਨਹੀਂ, ਐਨ ਨਿਚੋੜ ਨਿਚੋੜ ਕੇ ਕੱਢਦੇ ਅਗਲੇ, ਰਹਿ ਨਾ ਜਾਵੇ। ਜਿੰਦ ਨਿਮਾਣੀ ਕੱਢੀ ਹੈ, ਨਿਮਾਣੀ ਜਿੰਦ ਨੂੰ ਹੱਡਾਂ ਕੂ ਕੜਕਾਏ, ਬੜੀ ਤਕਲੀਫ ਦੇ ਦੇ ਕੇ। ਉਦੋਂ ਕਹਿੰਦੇ ਵੀ ਆ ਤਾਂ ਬਈ ਸ਼ਾਹੋ ਹੋਆ ਸੇਤ, ਸਿਓ ਵਰਗਾ ਸੀ, ਲਾਲ ਲਾਲ ਪਿਆ। ਆ ਸੇਤ ਮਿੰਟੋ ਮਿੰਟੀ ਚਿੱਟਾ ਹੀ ਹੋ ਗਿਆ, ਕਿਹੋ ਜਿਹਾ ਪੀਲਾ ਜਿਹਾ ਪੈ ਗਿਆ। ਹੁੰਦਾ ਨਾ, ਐਸਾ ਹੁੰਦਾ ਆਪ ਦੇਖਦੇ। ਉਹ ਜਿੰਦ ਨਿਮਾਣੀ ਨੂੰ ਜਦੋਂ ਕੱਢਦੇ ਨਾ, ਹੱਡਾਂ ਕੂ ਕੜਕਾਏ, ਭਾਵ ਹੱਡ ਆਪਾਂ ਨੂੰ ਨਹੀਂ ਦਿਖਦੇ,
ਉਹ ਜੀਵਨ ਨਾਲ ਹੀ ਵਿਹਾਰ ਹੁੰਦਾ ਸਾਧ ਸਿੰਘ ਜੀ। ਉਦੋਂ ਜਿਹਦੇ ਸਿਰ ਤੇ ਚੱਲਦੀ ਨਾ ਉਹਦੇ ਨਾਲ ਵਿਹਾਰ ਹੁੰਦਾ। ਤੇ ਇਸ ਕਰਕੇ ਸਾਨੂੰ ਸਾਵਧਾਨੀ ਲਈਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਾਂ ਭਗਤ ਜਨ ਆਉਂਦੇ ਨੇ, ਸੰਤ ਜਨ, ਸਾਧੂ ਜਨ, ਜਾਂ ਵੀ ਸਤਿਪੁਰਸ਼ਾਂ ਨੇ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ, ਉਹ ਤਾਂ ਇਹ ਸੰਸਾਰ ਦੇ ਲੋਕ ਉਹ ਹੋਣੇ ਸਭ ਨਾ ਆਏ। ਇਸ ਨਿਮਾਣੀ ਜਿੰਦ ਨੂੰ ਕੱਢਿਆ ਜਾਏਗਾ ਕਿਵੇਂ? ਹੱਡਾਂ ਨੂੰ ਮੈਂ ਮਰੋੜ ਕੇ, ਕੜਕਾ ਕੇ, ਦੁੱਖ ਦੇ ਕੇ ਕਰਨਾ ਇਹਨੂੰ। ਫਿਰ ਤਾਂ ਸਿਆਹੋਂ ਹੋ ਵਾਸੇਤ, ਸਿਆਹੋਂ ਵਰਗਾ ਰੰਗ ਸੀ ਤੇ ਹੋ ਗਿਆ ਨਾ ਫਿਰ ਹੋਰ ਹੀ। ਸਿਆਹੋਂ ਲਾਲ ਸੋਹਣਾ ਰੰਗ ਸੀ, ਚਿੱਟਾ ਪੈ ਜਾਂਦਾ। ਉਹ ਜਿਹੜੀ ਨਿਮਾਣੀ ਜਿੰਦ ਆ ਉਹਨੂੰ ਦੁੱਖ ਦੇ ਕੇ ਮੌਤ ਦਾ ਭ੍ਰਿਸ਼ਤਾ ਕੱਢਦਾ ਹੈ। ਇਹ ਮੈਂ ਬੇਨਤੀ ਹੋਰ ਕਰਦਿਆਂ ਇੱਥੇ ਵੀ ਇਹ ਆਮ ਸੰਸਾਰੀ ਲੋਕਾਂ ਦੀ ਮੌਤ ਅਤੇ ਮਹਾਂਪੁਰਸ਼ਾਂ ਦੀ ਮੌਤ ਦਾ ਅੰਤਰ ਬੜਾ ਹੁੰਦਾ। ਆ ਮਹਾਂਪੁਰਸ਼ ਪਿਛਲੇ ਹਫ਼ਤੇ ਚੜ੍ਹਾਈ ਕਰੇ ਨਾ, 2-2.5-3 ਦਿਨ ਪਹਿਲਾਂ ਉਹਨਾਂ ਨੇ ਲੰਗਰ ਪਾਣੀ ਤਾਂ ਕਾਫੀ ਸਮੇਂ ਦਾ ਬੰਦ ਕੀਤਾ ਸੀ। ਥੋੜ੍ਹਾ ਦਲੀਆ ਅਤੇ ਕੁਛ ਦਾਲ ਸਬਜ਼ੀ ਬਣਾ ਕੇ ਫਿੱਕੀ ਜੀ, ਕੁਲਵੰਤ ਸਿੰਘ ਦੀ ਡਿਊਟੀ ਸੀ ਗੜਵਈ, ਮਹਾਂਪੁਰਸ਼ਾਂ ਦਾ ਬਣਾ ਕੇ ਦਿੰਦਾ ਸੀ। ਤੋ ਫਿਰ 2 ਦਿਨ ਪਹਿਲਾਂ ਜੋ ਦਲੀਆ ਉਹ ਵੀ ਬੰਦ ਕਰਤਾ। ਕਹਿੰਦੇ ਬਸ ਵੀ ਹੁਣ ਨਹੀਂ, ਕਹਿੰਦੇ ਬਸ ਹੁਣ ਜੇ ਲਹੂ ਮੇਜੀ ਆਇਆ ਨਾ ਉਹੀ ਲੈ ਕੇ ਜਾਣਾ, ਬਸ ਇਹਨੂੰ ਅੰਨ ਵੀ ਨਹੀਂ ਨਾਲ ਲੈ ਕੇ ਜਾਣਾ ਇਹਦੇ, ਨਹੀਂ ਦਲੀਆ ਬੰਦ ਕਰਤਾ। ਕਹਿੰਦੇ ਬਹਿਣ ਪਵਿੱਤਰ ਹੀ ਲਿਜਾਣਾ। ਜੈਸੀ ਉਪਜੀ ਪੇੜ ਤੇ ਤੈਸੀ ਨਿਭੇ ਓੜ, ਹੀਰਾ ਕਿਸ ਕਾ ਪਪੜਾ ਪੁਜਨ ਰਤਨ ਕਰੋੜ। ਮਹਾਂਪੁਰਸ਼ਾਂ ਦੀ ਖੇਡ ਹੁੰਦੀ ਹੈ, ਆਪਣੀ ਮਰਜ਼ੀ ਨਾਲ ਜਾਂਦੇ ਨੇ। ਕਹਿੰਦੇ ਨਹੀਂ ਕੁਛ ਨਹੀਂ, ਛਕਣਾ ਬੰਦ ਕਰ ਦਿੱਤਾ। ਚਲੋ ਸਮਾਂ ਜਦੋਂ ਆ ਗਿਆ, 24 ਘੰਟੇ ਪਹਿਲੇ ਕੁਛ ਬਚਨ ਵੀ ਆਪਣੇ ਮੁਖ ਤੋਂ ਕਹੇ ਨੇ, ਪ੍ਰਬੰਧਕਾਂ ਬਾਰੇ ਵੀ ਸਾਰਾ ਕੁਝ ਦੱਸਿਆ। ਐਂ ਨਹੀਂ ਕਰੀਦਾ ਹੁੰਦਾ, ਇੱਦਾਂ ਨਹੀਂ ਕਰਨਾ, ਸਾਰਾ ਕੁਝ ਸਮਝਾ ਕੇ ਕਹਿੰਦੇ ਚਲੋ ਬਚਨ ਪ੍ਰਕਾਸ਼ ਕਰੀ ਗਏ ਨੇ। ਚੰਗਾ, ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਸ਼ਾਂ ਦੀ ਹੋਰ ਗੱਲ ਆ। ਅਤੇ ਆਹ ਜਿਹੜੀ ਗੱਲ ਚੱਲ ਰਹੀ ਹੈ, ਬਾਬਾ ਫਰੀਦ ਜੀ ਸੰਸਾਰੀ ਲੋਕਾਂ ਨੂੰ ਸਮਝਾਉਣ ਦੀ ਕਰ ਰਹੇ ਨੇ ਵੀ ਜਦੋਂ ਜਿੰਦ ਕੱਢੀ ਜਾਣੀ ਆ, ਹੱਡਾਂ ਨੂੰ ਐਨ ਮਰੋੜ ਤਰੋੜ ਕੇ, ਫਿਰ ਤੇਰੀ ਹੇ ਜੀਵ ਜਿੰਦ ਨਿਕਲਣੀ ਹੈ। ਜਿੰਦ ਨਿਮਾਣੀ ਕੱਢੀ ਹੈ, ਹੱਡਾਂ ਕੂਕੜਕਾਏ, ਦੁੱਖ ਦੇ ਕੇ ਇਸ ਜਿੰਦ ਨੂੰ ਕੱਢਿਆ ਜਾਣਾ ਹੈ ਮੌਤ ਦੇ ਫਰਿਸ਼ਤੇ ਵੱਲੋਂ। ਸਾਹੇ ਲਿਖੇ ਨਾ ਚੱਲਣੀ, ਜਿੰਦੂ ਕੂ ਸਮਝਾਏ। ਸਾਹੇ ਲਿਖੇ ਜੋ ਸਵਾਸਤਰੇ 'ਚ ਲਿਖ ਕੇ ਪਾਏ ਨੇ ਨਾ ਚੱਲਣੀ, ਉਹ ਚਲਾਏ ਮਾਲ ਨਹੀਂ ਹੋਣੇ, ਵੱਧ ਘੱਟ ਨਹੀਂ ਹੋ ਸਕਦੇ। ਨਾ ਚੱਲਣੀ, ਨਹੀਂ ਚੱਲਣਗੇ। ਪਾ ਚਲਾਏ ਮਾਲ ਨਹੀਂ, ਉਹ ਲੇਖਾ ਲਿਖਾ ਜਿਹੜਾ ਹੋਣਾ ਉਹ ਜਿਉਂਦਾ ਤਿਉਂ ਹੀ ਰਹਿਣਾ ਹੈ। ਜਿੰਦੂ ਕੋ ਸਮਝਾਏ, ਤੂੰ ਆਪਣੀ ਜਿੰਦ ਨੂੰ ਸਮਝਾਉਣਾ ਕਰ। ਹੇ ਭਾਈ, ਇਸ ਵਾਸਤੇ ਲਿਖ ਕੇ ਪਾਏ ਨੇ, ਉਹ ਬਾਤ ਘੱਟ ਨਹੀਂ ਹੋਣੇ। ਇਸ ਕਰਕੇ ਤੂੰ ਜਿਤਨੇ ਕਹੇ ਉਹਨਾਂ ਨੂੰ ਸਫਲੇ ਕਰ ਲੈ। ਸਫਲੇ ਕਿਵੇਂ ਹੋਣੇ ਨੇ? ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਕੇ, ਸ੍ਰੀ ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਸ਼ੀਸ਼ ਝੁਕਾ ਕੇ, ਮੱਥਾ ਟੇਕ ਕੇ, ਇਹਦੀ ਬਾਣੀ ਪੜ੍ਹ ਕੇ ਇਹ ਐਂ ਸਫਲੇ ਹੋਣੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਹਜ਼ੂਰ ਦਰਸ਼ਨ ਦਿਦਾਰੇ ਕਰਕੇ, ਫਿਰ ਜੋ ਨੇੜੇ ਲਾਉਂਦੇ ਨਾ ਮਹਾਰਾਜ ਗੱਲ ਨੂੰ, ਦਰਸ਼ਨਾਂ ਨਾਲ ਹੀ ਮੁਕਤ ਹੋ ਜਾਂਦਾ। ਐਸਾ ਹੋ ਜਾਂਦਾ, ਦਰਸ਼ਨ ਦਿਦਾਰੇ ਕਰੇ ਬਸ ਸਾਰਾ ਕੁਛ। ਇਹ ਵੱਡੀਆਂ ਗੱਲਾਂ ਨੇ। ਹੋਰ ਜਦੋਂ ਇਹ ਬੜੀ ਕਮਾਈ ਦੀ ਲੋੜ ਹੈ, ਦਰਸ਼ਨ ਕਰੇ ਸਾਰਾ ਕੁਛ ਵਿੱਚੇ ਆ ਗਿਆ, ਫਿਰ ਇਤਨਾ ਹੋ ਜਾਂਦਾ। ਤੋ ਗੁਰੂ ਪਾਤਸ਼ਾਹ ਰਹਿਮਤ ਕਰਨ, ਆਪਣੇ ਚਰਨਾਂ ਨਾਲ ਸਣ ਜੋੜ ਕੇ ਰੱਖਣ। ਸੋ ਇਹ ਜਿੰਨੇ ਭਗਤ ਸੰਸਾਰ ਦੇ ਲੋਕਾਂ ਨੂੰ ਤਾਰਨੇ ਲਈ ਆਉਂਦੇ ਨੇ। ਫਿਰ ਪੜ੍ਹੋ ਇਹ ਪੰਕਤੀ। ਸਾਹੇ ਲਿਖੇ ਨਾ ਚੱਲਣੀ। ਹਾਂ ਭਾਈ, ਜਿਹੜੇ ਸ਼ਾਸਤਰੇ ਵਿੱਚ ਲਿਖ ਕੇ ਪਾਏ ਆ ਉਹ ਚੱਲਣੀ, ਉਹ ਲੇਖਾ ਇੱਧਰ ਉੱਧਰ ਨਹੀਂ ਹੋਣਾ, ਉਹ ਜਿਉਂ ਕਾ ਤਿਉਂ ਪੱਕਾ ਹੀ ਰਹਿਣਾ ਹੈ। ਜਿੰਦੂ ਕੂ ਸਮਝਾਏ। ਹੇ ਭਾਈ, ਤੂੰ ਆਪਣੀ ਜਿੰਦ ਨੂੰ, ਭਾਵ ਆਪਣੇ ਮਨ ਨੂੰ ਸਮਝਾਉਣਾ ਕਰ। ਸਾਵਧਾਨ ਕਰ ਲੈ, ਸਿਮਰਨ ਕਰ ਲੈ, ਬੰਦਗੀ ਕਰ ਲੈ। ਜੋ ਹੋਰ ਭੈੜੇ ਸੰਕਲਪ ਆ ਉਹਨਾਂ ਤੋਂ ਕਿਨਾਰਾ ਕਰ ਲੈ। ਨਿੰਦਾ ਚੁਗਲੀ ਤੋਂ ਰਹਿਤ ਹੋ ਜਾ। ਪਰਮੇਸ਼ਰ ਦੇ ਨਾਲ ਇਕਮਿਕ ਹੋ ਜਾ। ਸਵਾਸ ਜਿੰਨੇ ਪਾਏ ਉਤਨੇ ਕੁ ਰਹਿਣੇ ਨੇ।
ਹੋਰ ਤੇਰੇ ਕੋਲ ਸਮਾਂ ਨਹੀਂ ਹੈ, ਸਫਲ ਜਿਤਨਾ ਹੈ ਉਹਨਾਂ ਨੂੰ ਸਫਲੇ ਕਰ ਲਾ। ਜਿੰਦ ਵਹੁਟੀ ਮਰਨ ਵਾਰ। ਇਹ ਜਿੰਦ ਜਿਹੜੀ ਨਾ ਵਹੁਟੀ ਰੂਪ ਹੈ। ਵਹੁਟੀ ਆਪਾਂ ਆਪ ਜਦੋਂ ਆਮ ਸਾਡਾ ਪੰਜਾਬੀ ਲਫ਼ਜ਼ ਹੈ, ਲੜਕੀਆਂ ਸਾਡੀਆਂ ਤੋਂ ਗਾਂਹ ਜਾ ਕੇ ਜਾਂਦੀਆਂ ਨੇ ਅਗਲੇ ਘਰ, ਉਹ ਕਹਿੰਦੇ ਵਹੁਟੀ ਹੈ, ਅਸੀਂ ਲੈ ਕੇ ਆਉਣੇ, ਅਸੀਂ ਕਹਿੰਦੇ ਬਹੂ ਜੀ ਹੈ, ਵਹੁਟੀ ਹੈ। ਉਹ ਪ੍ਰੀਤ ਸਾਹਿਬ ਨੇ ਲਿਖਣਾ ਜਿੰਦ ਵਹੁਟੀ। ਇਹ ਸਾਡੀ ਜਿੰਦ ਜਿਹੜੀ ਹੈ ਇਹ ਇਸਤਰੀ ਰੂਪ ਹੈ। ਮਰਨ ਜਿਹੜਾ ਸਮਾਂ ਉਹ ਇਹਦਾ ਅਸਲੀ ਮਾਲਕ ਹੈ। ਦੇਖੋ ਧਿਆਨ ਨਾਲ, ਬਹੁਤਾ ਬਰੀਕ ਵੀ ਨਹੀਂ ਹੈ ਤੇ ਪਰ ਧਿਆਨ ਦੇਣਾ ਪੈਣਾ। ਜਿੰਦ ਵਹੁਟੀ, ਸਾਡੀ ਜਿਹੜੀ ਜਿੰਦ ਹੈ, ਜੀਵ ਹੈ, ਇਹ ਇਸਤਰੀ ਰੂਪ ਹੈ। ਤੇ ਇਹਨੂੰ ਵਿਆਹ ਕੇ ਕੌਣ ਲੈ ਜਾਵੇਗਾ? ਇਹਦਾ ਪਤੀ ਕੌਣ ਹੈ? ਮਰਨ ਵਾਰ, ਵਾਰ ਕਹਿੰਦੇ ਆ ਪਤੀ ਨੂੰ, ਇਹਦਾ ਮਾਲਕ ਹੈ। ਮਰਨ ਕਾਲ ਰੂਪ, ਕਾਲ ਰੂਪ ਇਹਦਾ ਮਾਲਕ ਹੈ ਨਾ, ਤੇ ਕਾਲ ਸਭ ਤੇ ਵਿਆਉਣਾ ਹੈ। ਸਾਹਿਬ ਇੱਕ ਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ 10ਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਫਰਮਾਨ ਹੈ, ਕਾਲ ਪਾਏ ਬ੍ਰਹਮਾ ਬਪਤਰਾ। ਉਹਦੇ ਅਧੀਨ ਨੇ ਸਭ ਕਾਲ ਦੇ ਨਾ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਸਾਰਾ ਇਹ ਤਮਾਸ਼ਾ ਕਾਲ ਕਾ ਹੀ ਹੈ। ਸਾਹਿਬ ਇਕਬਾਲ ਮਹਾਰਾਜ ਜੀ ਦਾ ਫਰਮਾਨ ਵੀ ਹੈ, ਇਹ ਸਭ ਜਗਤ ਹੀ ਤਮਾਸ਼ਾ ਹੈ, ਦੇਖਣ ਆਇਓ ਜਗਤ ਤਮਾਸ਼ਾ। ਇਹ ਕਾਲ ਕਾ ਤਮਾਸ਼ਾ ਹੀ ਹੈ, ਸਭ ਕਾਲ ਦੀ ਖੇਡ ਚੱਲ ਰਹੀ ਹੈ। ਫਿਰ ਪੜ੍ਹ ਦਿਓ ਜੀ। ਜਿੰਦ ਵਹੁਟੀ ਮਰਨ ਵਾਰ। ਹਾਂ, ਇਹ ਜਿੰਦ ਜਿਹੜੀ ਇਸਤਰੀ ਰੂਪ ਆ ਤੇ ਮਰਨ ਵਾਰ ਜਿਹੜਾ ਉਹ ਕਾਲ ਰੂਪ ਆ। ਉਹ ਸਮਾਂ ਹੈ, ਟਾਈਮ ਹੈ, ਜੋ ਸਵਾਸ ਪੂਰੇ ਹੋ ਗਏ ਨਾ, ਸਮਾਂ ਆ ਗਿਆ, ਕਾਲ ਆ ਗਿਆ, ਉਹ ਵਰ ਹੈ। ਉਸਨੇ ਇਹਨੂੰ ਵਰ ਕੇ ਲੈ ਜਾਣਾ ਹੈ। ਮਰਨ ਵਾਰ ਲੈ ਜਾਸੀ ਪ੍ਰਣਾਏ, ਪ੍ਰਣਾਏ ਭਾ ਵਿਆਹ ਕੇ ਲੈ ਜਾਵੇਗਾ ਸੰਸਾਰ ਤੋਂ। ਆਪਣ ਹੱਥੀ ਜੋਲ ਕੈ। ਫਿਰ ਆਪਣ ਹੱਥੀ ਜੋਲ ਕੈ। ਜਦੋਂ ਲੜਕੀਆਂ ਬੀਬੀਆਂ ਜਾਂਦੀਆਂ ਨਾ ਸਹੁਰੇ ਘਰ, ਉਹ ਫਿਰ ਉਹ ਆਪਣਿਆਂ ਨੂੰ ਮਿਲ ਕੇ ਜਾਂਦੀਆਂ ਨੇ। ਉਹਦੇ ਗਲ ਲੱਗ ਗਈ ਬੀਬੀ, ਉਹਦੇ ਗਲ ਲੱਗ ਗਈ, ਉਹਦੇ ਗਲ ਲੱਗ ਗਈ, ਮੱਥਾ ਟੇਕਦੀਆਂ ਜਾਂ ਕਹਿ ਦੋ ਗਲ ਲੱਗਦੀਆਂ ਲੜਕੀਆਂ। ਆਪਣ ਹੱਥੀ ਜੋਲਕ, ਆਪਣੇ ਹੱਥਾਂ ਨਾਲ ਫਿਰ ਉਹ ਮੇਲ ਮਿਲਾਪ ਕਰਦੀ ਘਰਦਿਆਂ ਨੂੰ, ਮਾਂ ਨੂੰ, ਪਿਓ ਨੂੰ, ਭਰਾ ਨੂੰ, ਸਾਰਿਆਂ ਨੂੰ। ਕਹਿ ਗੱਲ ਲੱਗਾ ਧਾਏ, ਇਹ ਤਾਂ ਨਾ ਫਿਰ ਅੱਗੇ ਕਿਹਦੇ ਗੱਲ ਲੱਗੂਗੀ? ਹੁਣ ਇਹਨੂੰ ਤਾਂ ਫਿਰ ਗੱਲ ਲਾਉਣ ਵਾਲਾ ਹੀ ਕੋਈ ਨਹੀਂ ਹੈ ਇਸ ਜਿੰਦ ਨੂੰ। ਵਾਲ ਹੋ ਨਿੱਕੀ ਪੁਰ ਸਲਾਦ। ਫਰੀਦ ਸਾਹਿਬ ਜੀ ਕਹਿੰਦੇ ਤੂੰ ਚੱਲ ਤਾਂ ਜਾਣਾ ਇੱਥੋਂ ਭਾਈ, ਤੈਨੂੰ ਗੱਲ ਲਾਉਣ ਵਾਲਾ ਕੋਈ ਨਹੀਂ। ਕਹਿ ਗੱਲ ਲੱਗੇ ਤਾਂ ਕਿ ਕਿਸੇ ਦੇ ਗੱਲ ਲੱਗੂਗੀ ਤੂੰ। ਹੁਣ ਅਗਲਾ ਤੇਰਾ ਸਮਾਂ ਫਿਰ ਵਾਲੋਂ ਨਿੱਕੀ ਪੁਰ ਸਲਾਤ। ਪੁਰ ਪੁਲ ਸਲਾਤ, ਨਦੀ ਦਾ ਪੁਲ ਜਿਹੜਾ ਨਾ, ਜਿਹੜੇ ਤੂੰ ਲੰਘਣਾ ਹੈ, ਉਹ ਵਾਲ ਤੋਂ ਵੀ ਨਿੱਕਾ ਹੈ, ਵਾਲ ਤੋਂ ਵੀ ਬਰੀਕ ਹੈ। ਉਹ ਰਸਤਾ ਰਾਈ ਦਸਵੇਂ ਭਾਏ। ਇੱਕ ਰਾਈ ਦਾ ਦਾਣਾ ਤੇ 10ਵਾਂ ਉਹਦਾ ਹਿੱਸਾ ਕਰ ਲਓ, ਇਤਨਾ ਕੁ ਬਰੀਕ ਹੈ। ਹੁਣ ਜੇ ਹਾਥੀ ਨੇ ਸੂਈ ਦੇ ਨੱਕੇ ਵਿੱਚ ਦੀ ਲੰਘਣਾ ਹੋਵੇ, ਇਹ ਹਿਸਾਬ ਹੈ। ਤੇ ਜਿੰਦ ਜਿਹੜੀ ਸਾਡੀ ਹਾਥੀ ਰੂਪ ਹੈ, ਤੇ ਉਹ ਵੀ ਸੂਏ ਦੇ ਨੱਕੇ ਜਿੰਨੀ ਕਹਿ ਲਓ। ਉਸ ਨਦੀ, ਜਿਹੜੀ ਨਦੀ ਲੰਘਣਾ ਹੈ ਨਾ, ਜਦੋਂ ਪੁਰ ਸਲਾਤ, ਸਲਾਤ ਨਦੀ ਦਾ ਪੁਲ ਜਿਹੜਾ ਹੈ ਵਾਲ ਤੋਂ ਨਿੱਕਾ ਹੈ। ਇਹਦੇ ਵਿੱਚ ਤੈਨੂੰ ਲੈ ਕੇ ਜਾਣਗੇ। ਕੰਨੀ ਨਾ ਸੁਣੀ ਆਏ। ਹਾਂ, ਕੰਨੀ ਨਾ ਸੁਣੀ ਆਏ। ਤੂੰ ਕੰਨਾਂ ਨਾਲ ਕਦੇ ਸੁਣਿਆ ਨਹੀਂ ਹੈ, ਸੁਣਦਾ ਹੈ ਨਾ, ਉਹ ਰਸਤੇ ਵਿੱਚ ਤੈਨੂੰ ਲੈ ਕੇ ਜਾਣਾ ਹੈ। ਫਰੀਦਾ ਕਿੜੀ ਪਵੰਦਈ, ਖੜਾ ਨਾ ਆਪ ਮੋਹਾ। ਤੇ ਬਾਬਾ ਫਰੀਦ ਸਾਹਿਬ ਜੀ ਕਹਿ ਰਹੇ ਨੇ, ਸਾਰੀ ਵਿਚਾਰ ਦੱਸ ਰਹੇ ਨੇ। ਗੱਲ ਸੁਣ ਭਾਈ। ਕਿੜੀ ਪਵੰਦਈ, ਕਿੜੀ ਕਹਿੰਦੇ ਆਵਾਜ਼ਾਂ ਮਾਰਦੀਆਂ, ਆਵਾਜ਼ਾਂ ਦੇਣੀਆਂ। ਵੇਖ ਤੈਨੂੰ ਆਵਾਜ਼ਾਂ ਮਾਰ ਮਾਰ ਸਾਰੇ ਸ਼ਾਸਤਰ ਦੱਸ ਰਹੇ ਨੇ, ਮਹਾਤਮਾ ਲੋਕ ਦੱਸ ਰਹੇ ਨੇ, ਗੁਣੀ ਗਿਆਨੀ ਦੱਸ ਰਹੇ ਨੇ, ਇਹ ਜੀਵ ਕਿਹੜੀ ਪਵੰਦਈ, ਤੈਨੂੰ ਆਵਾਜ਼ਾਂ ਪੈ ਰਹੀਆਂ ਹਨ ਤੇ ਤੂੰ ਖੜਾ ਨਾ ਆਪ ਮੁਹਾਏ।
ਤੂੰ ਲੁੱਟਿਆ ਤਾਂ ਨਹੀਂ ਜਾ ਰਿਹਾ ਕਿਤੇ, ਸੋਚ। ਜਿਹੜੀਆਂ ਆਵਾਜ਼ਾਂ ਪੈ ਰਹੀਆਂ ਤੈਨੂੰ ਗ੍ਰੰਥ ਸ਼ਾਸਤਰ ਬਾਣੀ ਭਗਤ ਲੋਕ ਗਿਆਨੀ ਲੋਕ ਗੁਣੀ ਜਨ ਦੱਸ ਰਹੇ ਨੇ ਨਾ ਵੀ ਭਾਈ ਇੱਕ ਦਿਨ ਤੂੰ ਚਲੇ ਜਾਣਾ। ਤੇਰੇ ਪਹਿਲਾਂ ਜਦੋਂ ਇਹ ਬਾਣੀ ਸ਼ੁਰੂ ਹੋਈ ਉਦੋਂ ਹੀ ਐਸੇ ਹੀ ਹੋਈ ਸੀ, ਜਿਦ ਦਿਹਾੜਾ ਧਨ ਕਰੀ, ਜਿਸ ਦਿਨ ਤੂੰ ਆਇਆ ਹੈ ਸਾਹੇ ਲਏ ਲਿਖਾਏ, ਉਹ ਸਵਾਸ ਤੇਰੇ ਵਿੱਚ ਲਿਖ ਕੇ ਪਾਏ। ਸਾਰੀ ਵਿਚਾਰ ਆ ਗਈ ਨਾ ਅੱਗੇ ਅਖੀਰਲੀ ਹੈ ਵੀ ਤੈਨੂੰ ਆਵਾਜ਼ਾਂ ਦੇ ਸਾਰੇ ਦੱਸ ਰਹੇ ਨੇ। ਕਿਹੜੀ ਪਵਨ ਦਈ, ਤੈਨੂੰ ਆਵਾਜ਼ਾਂ ਪੈ ਰਹੀਆਂ ਨੇ। ਇਹ ਜੀਵ ਤੈਨੂੰ ਆਵਾਜ਼ਾਂ ਦੇ ਕੇ ਸਾਰੇ ਸਮਝਾ ਰਹੇ ਹਨ, ਤੇ ਪਰ ਖੜਾ ਨਾ ਆਪ ਮੁਹਾਏ, ਤੂੰ ਖੜਾ ਨਾ ਵੇਖੀ ਕਿਤੇ ਆਪ ਲੁੱਟਿਆ ਹੀ ਨਾ ਜਾਈ। ਇਹ ਆਵਾਜ਼ਾਂ ਸੁਣ ਲੈ, ਸਾਵਧਾਨ ਹੋ ਜਾ, ਗੁਰੂ ਪਰਮੇਸ਼ਰ ਨਾਲ ਜੁੜ ਜਾ, ਸੇਵਾ 'ਚ ਲੱਗ ਜਾ, ਤੇਰਾ ਕਦੇ ਇਹ ਭਲਾਈ ਹੋ ਜਾਵੇਗਾ। ਇਹਨਾਂ ਸਵਾਸਾਂ ਦੇ ਵਿੱਚ ਤੂੰ ਜੇ ਕੁਛ ਕਾਰਜ ਕਰ ਲਵੇਂਗਾ। ਸੋ ਸਤ ਸਿੰਘ ਜੀ, ਇੱਕ ਸ਼ਲੋਕ ਹੋਇਆ। ਸਮਾਂ ਮੇਰਾ ਹੱਲ ਹੋ ਗਿਆ, ਆਪਾਂ ਇੱਥੇ ਸਮਾਪਤੀ ਕਰੀਏ। ਗੁਰੂ ਪਾਤਸ਼ਾਹ ਰਹਿਮਤ ਕਰਨ। ਬਾਣੀ ਬੜੀ ਬਰੀਕ ਹੈ। ਸਾਡੀ ਬੁੱਧੀ ਜਿਹੜੀ ਮੋਟੀ, ਸਤ ਸੰਗ ਜੀ ਮੋਟੀ ਅਕਲ ਆ। ਬਰੀਕ ਬਾਣੀ ਨੂੰ ਸਮਝਣ ਲਈ ਬਰੀਕ ਬੁੱਧੀ ਚਾਹੀਦੀ ਹੈ। ਇਸ ਕਰਕੇ ਬਰੀਕ ਅਰਥ ਨੇ। ਅਰਥ ਬੋਧ ਕਰਦਿਆਂ ਵਿਚਾਰ ਕਰਦਿਆਂ ਬਹੁਤ ਗਲਤੀਆਂ ਹੋ ਜਾਂਦੀਆਂ ਨੇ। ਅਤੇ ਸੰਗਤ ਆਪ ਅਰਦਾਸ ਕਰੋ ਸਾਰੇ। ਇੱਥੇ ਸੁਣ ਰਹੇ ਹੋ ਹਜ਼ੂਰ ਜਾਂ ਲਾਈਵ ਚੱਲ ਰਿਹਾ ਹੈ, ਜਿਹੜੇ ਦੇਸ਼ ਵਿਦੇਸ਼ ਵਿੱਚ ਬੱਚੇ ਵਿਦਿਆਰਥੀ ਬੱਚੇ ਸਾਰੇ ਸੁਣ ਰਹੇ ਨੇ ਨਾ, ਅਤੇ ਤੁਸੀਂ ਸਾਰੇ ਅਰਦਾਸ ਕਰਿਆ ਕਰੋ ਵੀ ਮਹਾਰਾਜ ਸਾਨੂੰ ਆਪਦੀ ਵਿਚਾਰ ਆਪ ਬਖਸ਼ੋ। ਸਾਡੀ ਬੁੱਧੀ ਤਾਂ ਹੈ ਨਹੀਂ, ਬਾਣੀ ਦੀ ਵਿਚਾਰ ਕਿਤਨੀ ਕਰ ਲਈਏ। ਜਿਹੜੀ ਅਰਦਾਸ ਕਰਕੇ ਮਹਾਰਾਜ ਆਪੇ ਹੀ ਕਿਰਪਾਲਤਾ ਕਰ ਸਕਦੇ ਹਨ, ਆਪ ਹੀ ਵਿਆਖਿਆ ਕਰਵਾ ਸਕਦੇ ਨੇ, ਆਪ ਹੀ ਬਾਣੀ ਪੜ੍ਹਾ ਸਕਦੇ ਹਨ। ਇਹ ਤੁਸੀਂ ਸਾਰੇ ਅਰਦਾਸ ਕਰਿਓ, ਕਿਰਪਾਲਤਾ ਕਰਿਓ। ਰਲ ਮਿਲ ਕੇ ਸਾਰੇ ਆਪਾਂ ਆਪ ਵਿਚਾਰ ਕਰੀਏ। ਅਗਲੀ ਵਿਚਾਰ ਕੱਲ੍ਹ ਨੂੰ ਸਰਵਣ ਕਰਾਂਗੇ। ਤੋਂ ਕੱਲ੍ਹ ਨੂੰ ਸਾਧ ਸੰਗਤ ਜੀਓ, ਮਹਾਂਪੁਰਸ਼ ਸਿੰਘ ਸਾਹਿਬ ਬਾਬਾ ਤੇਜਾ ਸਿੰਘ ਜੀ, ਨਿਹੰਗ ਸਿੰਘ ਸਾਹਿਬ, ਪੰਥ ਦੇ ਸੇਵਾਦਾਰ, ਜਿਨ੍ਹਾਂ ਨੇ ਪੰਥ ਦੀ ਘਨੇਰੀ ਸੇਵਾ ਕਰਕੇ ਗੁਰੂ ਪੰਥ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ ਨੇ। ਸਾਧ ਸੰਗਤ ਜੀ, ਉਹਨਾਂ ਦਾ ਪਾਵਨ ਸਥਾਨ ਗੁਰਦੁਆਰਾ ਰਾਜਧਾਨੀ ਬੁੰਗਾ ਨਿਹੰਗ ਸਿੰਘਾਂ ਮਹਾਂਪੁਰਸ਼ਾਂ ਨੇ ਰਾਜਧਾਨੀ ਆਪ ਰੱਖਿਆ ਸੀ ਨਾਮ। ਸੋ ਸਾਧ ਸੰਗਤ ਜੀ ਰਾਜਧਾਨੀ ਵਿੱਚ ਸ਼ਾਮਲ ਹੋਈਏ। ਇਹਦੇ ਕੁਛ ਕਾਰਨ, ਗੋਝ ਕਾਰਨ ਹੁੰਦੇ ਨੇ। ਵੇਖੋ ਆਪਾਂ, ਮੈਂ ਪਿਛਲੇ ਦਿਨਾਂ 'ਚ ਵੀ ਕਈ ਵਾਰੀ ਬੇਨਤੀ ਕੀਤੀ ਹੈ, ਵਿਚਾਰਾਂ ਹੋਈਆਂ ਨੇ, ਅਤੇ ਲੋਕ ਕਿਆ ਕਰਨ ਵੀ ਨਿਹੰਗ ਦੀ ਕੋਠੜੀ ਆ, ਉਹ ਨਿਹੰਗ ਦੀ ਕੋਠੜੀ ਹੈ। ਪਰ ਉਹਨਾਂ ਦਾ ਆਪਣਾ ਨਾ ਬੋਰਡ ਲਿਖ ਕੇ ਲਾਇਆ ਸੀ ਉੱਥੇ ਰਸਤੇ 'ਤੇ, ਉਹ ਲਿਖਿਆ ਸੀ ਗੁਰਦੁਆਰਾ ਰਾਜਧਾਨੀ। ਇਹਦੇ ਕੁਛ ਕਾਰਨ ਹੋਰ ਹੁੰਦੇ ਨੇ। ਮਹਾਂਪੁਰਸ਼ ਅਗੰਮ ਜਾਣਦੇ ਹੁੰਦੇ ਹਨ, ਉਸ ਅਗੰਮ ਨੂੰ ਜਾਣ ਕੇ ਉਹ ਨਾਂ ਰੱਖ ਦਿੰਦੇ ਨੇ। ਕਈ ਵਾਰੀ ਆਪਾਂ ਜਾਣਦੇ ਨਾ ਕਿ ਬੱਚੇ ਦਾ ਜਦੋਂ ਜਨਮ ਹੁੰਦਾ ਕਿਸੇ ਦਾ, ਕਿਸੇ ਮਹਾਂਪੁਰਸ਼ਾਂ ਕੋਲ ਲੈ ਕੇ ਜਾਂਦੇ, ਪਰ ਸਾਡੀ ਰੀਤੀ ਹੁਣ ਗੁਰੂ ਗ੍ਰੰਥ ਸਾਹਿਬ ਕੋਲੋਂ ਲੈ ਕੇ ਜਾਣਾ ਅਤੇ ਉਹਨਾਂ ਕੋਲੋਂ ਹੁਕਮਨਾਮੇ ਲੈਣੇ, ਫਿਰ ਬੱਚੇ ਦਾ ਨਾਮ ਰੱਖਣਾ। ਉਹ ਮਹਾਂਪੁਰਸ਼ ਗੁਰੂ ਪਾਤਸ਼ਾਹ ਪਰਮੇਸ਼ਰ ਜੀ ਬੱਚੇ ਦਾ ਨਾਮ ਅਗੰਮ ਵੇਖ ਕੇ ਦੱਸ ਦਿੰਦੇ ਨੇ, ਇਹਦਾ ਨਾਮ ਆਹ ਹੈ। ਅਗੰਮ ਹੁੰਦਾ ਸਾਧ ਸੰਗਤ ਜੀ, ਮਹਾਂਪੁਰਸ਼ਾਂ ਨੂੰ ਪਤਾ ਹੁੰਦਾ। ਉਹਨਾਂ ਨੇ ਅਗੰਮ ਕੋਈ ਜਾਣ ਕੇ ਨਾਮ ਰੱਖਿਆ ਸੀ। ਇਹਦੇ ਕਾਰਨ ਬੜੇ ਨੇ। ਅਤੇ ਉਹਨਾਂ ਮਹਾਂਪੁਰਸ਼ਾਂ ਦਾ ਪਾਵਨ ਸਥਾਨ, ਤਪ ਸਥਾਨ, ਉੱਥੇ ਸਾਧ ਸੰਗਤ ਜੀ ਉਹਨਾਂ ਦੀ ਪਾਵਨ ਯਾਦ ਦੇ ਵਿੱਚ ਕੱਲ੍ਹ ਨੂੰ ਅਖੰਡ ਪਾਠ ਸਾਹਿਬ 5 ਆਰੰਭ ਹੋਣੇ ਨੇ। ਕੱਲ੍ਹ ਨੂੰ ਆਪ ਸਾਰਿਆਂ ਸੰਗਤਾਂ ਨੇ, ਗੁਰੂ ਕੀਆਂ ਪਿਆਰੀਆਂ ਸੰਗਤਾਂ ਨੇ, ਗੁਰੂ ਕੇ ਸੇਵਕਾਂ ਨੇ ਸੇਵਾ ਵਿੱਚ ਹਾਜ਼ਰ ਹੋਣਾ। ਬਾਣੀ ਸਰਵਣ ਕਰਨੀ, ਕਥਾ ਸਰਵਣ ਕਰਨੀ, ਲੰਗਰ ਪਾਣੀ ਦੀ ਜੋ ਸੇਵਾ ਕਰਨੀ ਹੈ, ਇਹ ਆਪ ਸੰਗਤਾਂ ਪ੍ਰਤੀ ਸਾਰੇ ਸੇਵਾਦਾਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ। ਸੇਵਾ ਵਿੱਚ ਹਾਜ਼ਰ ਹੋਈਏ, ਮਹਾਂਪੁਰਸ਼ਾਂ ਦੀਆਂ ਅਸੀਸਾਂ ਪ੍ਰਾਪਤ ਕਰੀਏ, ਬਾਣੀ ਨਾਲ ਜੁੜਨਾ ਕਰੀਏ ਜੀ। ਇਤਨੀਆਂ ਕੁ ਬੇਨਤੀਆਂ ਮਨਜ਼ੂਰ ਕਰੋ। ਕੱਲ੍ਹ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣੇ ਨੇ। ਕੋਈ 10, 10:30 ਵਜੇ ਸ਼ਾਇਦ ਆਰੰਭ ਕਰੀਏ। ਉਹ ਕੋਈ ਅੱਜ ਰਾਤ ਨੂੰ ਬਣਾ ਲੈਣੇ ਜੋ ਗੁਰਮਤਾ ਸਾਰੇ ਬੈਠ ਕੇ। ਇਕੱਲੇ ਦਾ ਕੰਮ ਨਹੀਂ, ਸਾਰੇ ਬੈਠ ਕੇ। ਇਹ ਮਹਾਰਾਜ ਨੇ ਇਹ ਵੀ ਕਿਰਪਾਲਤਾ ਕੀਤੀ ਹੈ। ਮਹਾਂਪੁਰਸ਼ ਐਸਾ ਕਰਦੇ ਜੋ ਕੰਮ ਕਰਨਾ, ਆਪੇ ਫਿਰ ਸੱਦਣਾ ਸਾਰਿਆਂ ਨੂੰ। ਅਖੰਡ ਪਾਠ ਸਾਹਿਬ ਜੋ ਕਰਨਾ ਸਾਰਿਆਂ ਨੂੰ ਉਠਾਉਣ ਵਾਲੇ ਵੀ ਰਹੋ। ਆਪਾਂ ਸਮੱਗਰੀ ਲਿਖ ਕੇ ਬੈਠੋ, ਕੀ ਲਿਖ ਕੇ। ਅਤੇ ਮਰਿਆਦਾ ਸਾਧ ਸੰਗਤ ਜੀ ਐਸੀ ਹੁੰਦੀ ਹੈ।
ਤੇ ਹੁਣ ਵੀ ਇਸੇ ਪ੍ਰਕਾਰ ਚੱਲ ਰਹੀ ਉਹਨਾਂ ਮਹਾਂਪੁਰਸ਼ਾਂ ਦੀ ਚਲਾਈ ਮਰਜ਼ਾਦਾ। ਤੇ ਹੋਰ ਕੋਈ ਇੱਥੇ ਕੰਧੋਲੀ ਕਰਨੀ ਤਾਂ ਵੀ ਉਹ ਆਪਾਂ ਤਾਂ ਤੁਹਾਨੂੰ ਸਾਰਿਆਂ ਨੂੰ ਪੁੱਛ ਲਈਦਾ ਵੀ ਆਓ ਆ ਕੰਮ ਕਰਕੇ ਬਈ। ਉਹਨਾਂ ਦਾ ਜਦੋਂ ਅਸਥਾਨ ਬਣਿਆ ਸਿਰ ਸਾਰਾ ਪੰਥ ਇਕੱਠਾ ਹੋਇਆ। ਇਹ ਚੰਗਾ ਹੁੰਦਾ ਬੈਠ ਕੇ ਵਿਚਾਰ ਕਰੀਏ। ਤੋ ਫਿਰ ਮਾਂ ਹੋਵੇ ਕੱਲ੍ਹ ਆਪਾਂ ਜੋ ਅਖੰਡ ਪਾਠ ਸਾਹਿਬ ਕਰਨੇ ਨੇ ਨਾ ਆਰੰਭ, ਕਿਉਂਕਿ ਭਿੰਡਰਾਂ ਵੀ ਸਮਾਗਮ ਚੱਲਣਾ, ਉੱਧਰ ਵੀ ਹਾਜ਼ਰੀਆਂ ਅਤੀ ਜ਼ਰੂਰੀ ਹਨ। ਮਹਾਂਪੁਰਸ਼ਾਂ ਨਾਲ ਉਹਨਾਂ ਮਹਾਂਪੁਰਸ਼ਾਂ ਦਾ ਬਹੁਤ ਪਿਆਰ ਸੀਗਾ। ਕੋਈ ਵਿਚਾਰ ਸਤਸੰਗ ਜੀ ਮੇਰਾ ਉੱਧਰ ਬੜਾ ਹੀ ਮਨ ਐਸਾ ਆਇਆ ਹੋਇਆ ਕਿ ਜਦੋਂ ਕਦੇ ਵੀ ਦਸਮ ਮਹਾਰਾਜ ਦੀ ਛਪਾਈ ਚੱਲਦੀ ਆ ਮਹਾਂਪੁਰਸ਼ਾਂ ਤੋਂ ਉਪਰੰਤ ਜਦੋਂ ਫਿਰ ਕੋਈ ਵਿਚਾਰ ਆ ਜਾਣੀ ਕਿਸੇ ਪਾਠ ਦੀ ਬੋਧ ਦੀ, ਭਿੰਡਰਾਂ ਜਾਂਦੇ ਸਾਂ ਮਹਾਂਪੁਰਸ਼ਾਂ ਕੋਲੋਂ ਪੁੱਛ ਕੇ ਆਉਣਾ, ਮਹਾਰਾਜ ਆਹ ਪਾਠ ਦਾ ਸਾਨੂੰ ਨਿਰਣਾ ਦੱਸੋ, ਮੇਰੇ ਯਾਦ ਨਹੀਂ ਰਿਹਾ। ਅਤੇ ਸੰਤਾਂ ਨੇ ਫਿਰ ਉਹ ਕਿਰਪਾਲਤਾ ਕਰਨੀ ਆਏ ਆ, ਫਿਰ ਕੋਈ ਚੇਤਾ ਵੀ ਆ ਜਾਣਾ। ਚਲੋ ਐਸੇ ਹੋਣ ਕਰਕੇ ਨਾ ਸਤਸੰਗ ਜੀ ਹੋਰ ਕਿਤਨੇ ਗੁਰਮਤਿ ਦੇ ਮਹਾਨ ਮਹਾਨ ਕਾਰਜ ਸਨ ਜਿਹੜੇ ਮਹਾਂਪੁਰਸ਼ਾਂ ਨੂੰ ਪੁੱਛ ਕੇ ਕਰਦੇ ਰਹੇ ਆ। ਉਸ ਤੋਂ ਸਾਨੂੰ ਬੜਾ ਹੀ ਘਾਟਾ ਪੈ ਰਿਹਾ ਸੀ ਅਤੇ ਅੱਗੇ ਪਰਮੇਸ਼ਰ ਨੇ ਇਹ ਘਾਟੇ ਪੂਰੇ ਕਰਨੇ ਨੇ। ਉਹਨਾਂ ਮਹਾਂਪੁਰਸ਼ਾਂ ਦੀ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲੇ ਕੱਲ੍ਹ ਨੂੰ ਉਹਨਾਂ ਦੇ ਵੀ ਸਤਸੰਗ ਜੀ ਉਹ ਆਪਣਾ ਦੁਸਹਿਰੇ ਦੀ ਸਮਾਪਤੀ ਭੋਗ ਪੈਣਾ ਹੈ। ਉੱਧਰ ਵੀ ਹਾਜ਼ਰੀਆਂ ਭਰਨੀਆਂ ਵੱਡੇ ਦੀਵਾਨ ਸਜਣੇ ਦੇ। ਇੱਥੇ ਆਪਣੇ ਬੁੰਗਾ ਸਾਹਿਬ ਵਿਖੇ ਕੱਲ੍ਹ ਨੂੰ ਅਖੰਡ ਪਾਠ ਸਾਹਿਬਾਂ ਦੀ ਲੜੀ ਅਖੰਡ ਪਾਠ ਸਾਹਿਬ ਆਰੰਭ ਹੋਣੇ ਨੇ। ਸਾਰੇ ਅਰਦਾਸ ਵਿੱਚ ਸ਼ਾਮਲ ਹੋਏ, ਗੁਰੂ ਪਾਤਸ਼ਾਹ ਰਹਿਮਤ ਕਰਨ। ਇਤਨੀਆਂ ਕੀ ਆ ਬੇਨਤੀਆਂ ਮਨਜ਼ੂਰ ਕਰਨੀਆਂ ਅਤੇ ਇੱਥੇ ਕਥਾ ਦੀ ਸਮਾਪਤੀ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਲਹੁ ਨਿਕੀ ਪੁਰਸਲਾਦ ਕੰਨੀ ਨਾ ਸੁਣੀ ਆਏ, ਫਰੀਦਾ ਕਿੜੀ ਪਵੰਦਈ, ਖੜਾ ਨਾ ਆਪ ਮੁਹਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।